ਹੁਣ ਸਟੇਜ ਤੇ ਆਉਂਦਿਆਂ ਸਾਰੇ ਗੱਲ ਕਹਿ ਦਿੱਤੀ ਹੈ ਵੀ ਕਿਸਾਨੀ ਅੰਦੋਲਨ ਨੇ ਤੁਹਾਡੇ ਵਿਜ਼ਨ ਜਿਹੜੇ ਨੇ ਬੜੇ ਕਲੀਅਰ ਕਰ ਦਿੱਤੇ ਨੇ। ਤੁਹਾਡੀ ਅਗਵਾਈ ਕੌਣ ਕਰ ਸਕਦਾ ਹੈ? ਇਹ ਕਿਸਾਨੀ ਅੰਦੋਲਨ ਨੇ ਕਲੀਅਰ ਕਰ ਦਿੱਤਾ। ਤੁਹਾਡਾ ਅਸਲ ਹੀਰੋ ਕੌਣ ਹੈ? ਕਿਸਾਨੀ ਅੰਦੋਲਨ ਨੇ ਕਲੀਅਰ ਕਰ ਦਿੱਤਾ। ਬਚਪਨ ਦੇ ਵਿੱਚ ਆਪਾਂ ਛੋਟੇ ਛੋਟੇ ਹੁੰਦੇ ਸਾਂ ਨਾ, ਤੇ ਫਿਲਮ ਵੇਖਣੀ ਜਦੋਂ 5:45 ਤੇ ਸ਼ਾਮ ਨੂੰ ਆਉਣੀ ਹੁੰਦੀ ਸੀ। ਖਿਆਲ ਕਰਿਆ ਜੇ, ਮੈਂ ਉਦੋਂ ਦੀ ਗੱਲ ਕਰਦਾ ਜਦੋਂ ਇੰਨਾ ਜ਼ਿਆਦਾ ਸਾਡੇ ਕੋਲ ਮੀਡੀਆ ਨਹੀਂ ਸੀ ਹੁੰਦਾ, ਤੇ ਸਾਡੇ ਘਰਾਂ ਦੇ ਵਿੱਚ ਆਮ ਗੱਲ ਚੱਲਦੀ ਸੀ ਲੰਬੂ ਦੀ ਫਿਲਮ। ਤੇ ਜਦੋਂ 84 ਦੀ ਗੱਲ ਹੋਈ ਵੀ ਇਹਦਾ ਕਿਰਦਾਰ ਕੀ ਹੈ, ਸਾਨੂੰ ਪਤਾ ਲੱਗਣ ਲੱਗ ਪਿਆ ਵੀ ਲੰਬੂ ਦਾ ਆਪਣਾ ਕਿਰਦਾਰ ਕੀ ਹੈ, ਸਾਡਾ ਕਦੀ ਹੀਰੋ ਨਹੀਂ ਹੋ ਸਕਦਾ। ਤੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਸਾਂ ਫਲਾਣਾ ਐਕਟਰ ਹੈ, ਇਹ ਫਲਾਣੀ ਫਿਲਮ ਦਾ ਹੀਰੋ ਹੈ, ਜਦੋਂ ਕਿਸਾਨੀ ਅੰਦੋਲਨ ਦੇ ਖਿਲਾਫ ਇਹਨਾਂ ਨੇ ਆਪਣੇ ਟਵੀਟ ਕੀਤੇ ਨੇ, ਇਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ ਨੇ, ਸਰਕਾਰੀ ਹੋਣ ਦੇ ਸਬੂਤ ਦਿੱਤੇ ਨੇ, ਸਰਕਾਰਾਂ ਦੇ ਹੱਕ ਦੇ ਵਿੱਚ ਭੁਗਤੇ ਨੇ, ਔਰ ਸਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਵੀ ਇਹ ਸਾਡੇ ਹੀਰੋ ਕਦੀ ਨਹੀਂ ਹੋ ਸਕਦੇ, ਇਹ ਤਾਂ ਨਕਲੀ ਹੀਰੋ ਨੇ। ਹੁਣ ਕਿਸਾਨੀ ਅੰਦੋਲਨ ਦੇ ਵਿੱਚੋਂ ਸਾਨੂੰ ਕਲੀਅਰ ਹੋ ਗਿਆ ਵੀ ਸਾਡੇ ਹੀਰੋ ਕੌਣ ਨੇ। ਸਾਡੇ ਅਸਲ ਦੇ ਵਿੱਚ ਉਹੀ ਹੀਰੋ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਬਾਬਾ ਬਘੇਲ ਸਿੰਘ। ਸਾਡੇ ਉਹ ਅਸਲ ਦੇ ਅੰਦਰ ਹੀਰੋ ਨੇ ਜਿਨੇ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਸਾਡੇ ਉਹ ਹੀਰੋ ਨੇ ਜਿਨ੍ਹਾਂ ਦਾ ਨਾਮ ਲੈ ਕੇ ਅਸੀਂ ਠੰਡੇ ਬੁਰਜ ਦੀਆਂ ਉਦਾਹਰਨਾਂ ਦੇ ਕੇ ਤੇ ਠੰਡੀਆਂ ਰਾਤਾਂ ਸੜਕਾਂ ਦੇ ਉੱਪਰ ਕੱਟੀਆਂ ਨੇ। ਅਸਲ ਦੇ ਅੰਦਰ ਉਹ ਸਾਡੇ ਹੀਰੋ ਨੇ। ਕਿਸਾਨੀ ਅੰਦੋਲਨ ਨੇ ਸਾਡੇ ਵਿਜ਼ਨ ਕਲੀਅਰ ਕਰ ਦਿੱਤੇ। ਇੱਥੇ ਮੈਂ ਛੋਟੀ ਜਿਹੀ ਇੱਕ ਬੇਨਤੀ ਹੋਰ ਕਰਦੇ ਹਾਂ, ਜਦੋਂ ਅਸੀਂ ਦੇਖਿਆ ਨਾ ਪਿਛਲਾ ਮਹੀਨਾ ਆਪਾਂ ਸੜਕਾਂ ਦੇ ਉੱਤੇ ਕੱਟਿਆ ਤੇ ਸਾਡੇ ਬਜ਼ੁਰਗ ਹਾਰਟ ਅਟੈਕ ਦਾ ਸ਼ਿਕਾਰ ਹੋਏ, ਠੰਡੀਆਂ ਰਾਤਾਂ ਸੜਕਾਂ ਤੇ ਕਿਵੇਂ ਕੱਟੀ ਦੀਆਂ ਨੇ। ਤੇ ਮੈਂ ਆਪਣੇ ਮਨ ਦੇ ਵਿੱਚ ਇੱਕ ਦਿਨ ਸੋਚਦਾ ਪਿਆ ਸਾਂ, ਖੜਾ ਖੜੋਤਾ, ਮੈਂ ਕਿਹਾ ਮਨਾ ਵੱਖਰੀ ਗੱਲ ਹੈ, ਅਸੀਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਵਾਰਸਾਂ, ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟਣ ਵਾਲੇ ਆ। ਅਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਪਰ ਸਰਕਾਰ ਇੱਕ ਚੀਜ਼ ਦਾ ਚੇਤਾ ਰੱਖੀ, ਹੈਕਰਕਾਰ ਹੈ ਤੇ ਸਾਡਾ ਵੀ ਮਨੁੱਖੀ ਸਰੀਰ ਨਾ, ਸਾਨੂੰ ਵੀ ਠੰਡ ਲੱਗਦੀ ਹੈ, ਸਾਨੂੰ ਵੀ ਕੜਕਦੀਆਂ ਧੁੱਪਾਂ ਜਦੋਂ ਪਿੰਡੇ ਦੇ ਉੱਤੇ ਆਉਂਦੀਆਂ ਨੇ ਤੇ ਖੇਤਾਂ ਦੇ ਵਿੱਚ ਸਾਡੇ ਵੀ ਚੰਮ ਸੜਦੇ ਨੇ। ਹਕੀਕਤ ਅਸਲ ਦੇ ਅੰਦਰ ਇਹ ਹੈ, ਮਨੁੱਖੀ ਸਰੀਰ ਹੋਣ ਕਰਕੇ ਸਾਨੂੰ ਠੰਡ ਵੀ ਲੱਗਦੀ ਹੈ, ਸਾਨੂੰ ਗਰਮੀ ਵੀ ਲੱਗਦੀ ਹੈ, ਸਾਨੂੰ ਭੁੱਖ ਵੀ ਲੱਗਦੀ ਹੈ। ਵੱਖਰੀ ਗੱਲ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦੇ। ਜਦੋਂ ਠੰਡ ਹੁੰਦੀ ਹੈ, ਠੰਡ ਲੱਗਦੀ ਹੈ, ਅਸੀਂ ਆਪਣਾ ਧਿਆਨ ਠੰਡੇ ਬੁਰਜ ਵਾਲੇ ਪਾਸੇ ਲੈ ਜਾਂਦੇ ਹਾਂ। ਜਦੋਂ ਸਾਨੂੰ ਗਰਮੀ ਲੱਗਦੀ ਹੈ, ਅਸੀਂ ਆਪਣਾ ਧਿਆਨ ਤੱਤੀਆਂ ਤਵੀਆਂ ਵਾਲੇ ਪਾਸੇ ਲੈ ਜਾਂਦੇ ਹਾਂ। ਵੱਖਰੀ ਗੱਲ ਹੈ ਵੀ ਆਪਣੇ ਧਿਆਨ ਨੂੰ ਡਾਈਵਰਟ ਕਰਕੇ ਅਸੀਂ ਉਸ ਪਰਿਸਥਿਤੀ ਦਾ ਮੁਕਾਬਲਾ ਕਰਦੇ ਹਾਂ। ਪਰ ਸੱਚ ਕਰਕੇ ਜਾਣਿਆ ਜੇ ਸਾਨੂੰ ਗਰਮੀ ਤੇ ਲੱਗਦੀ ਹੈ ਨਾ ਜੀ, ਸਾਨੂੰ ਠੰਡ ਤੇ ਲੱਗਦੀ ਹੈ ਨਾ, ਸਾਨੂੰ ਵੀ ਭੁੱਖ ਲੱਗਦੀ ਹੈ। ਅਸੀਂ ਇਸ ਦੇਸ਼ ਦੇ ਬਸ਼ਿੰਦੇ ਹਾਂ, ਅਸੀਂ ਵੀ ਕੁਰਬਾਨੀਆਂ ਕੀਤੀਆਂ ਨੇ। ਦਿੱਲੀ ਦੀ ਰਾਜਧਾਨੀ ਦੇ ਵਿੱਚ ਬੈਠੇ ਹੋਏ ਹਾਂ ਕਿ ਲੋਕਤੰਤਰ ਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਕਿ ਲੋਕ ਸੜਕਾਂ ਦੇ ਉੱਪਰ ਆਏ ਹੋਏ ਨੇ। ਲੋਕਤੰਤਰ ਕਿਸ ਨੂੰ ਕਿਹਾ ਜਾਂਦਾ? ਲੋਕ ਰਾਜ। ਇੱਕ ਮੈਂ ਛੋਟੀ ਜੀ ਗੱਲ ਕਹਾਂ, ਜਦੋਂ ਰਾਜਤੰਤਰ ਹੁੰਦਾ ਸੀ ਨਾ, ਗੱਲਾਂ ਮੇਰੀਆਂ ਮੜੀਆਂ ਜੇ ਸਮਝ ਆ ਜੇ, ਅੱਜ ਆਪਾਂ 5 ਮਿੰਟ ਲਾਉਣੇ ਨੇ, ਉਪਰੰਤ ਆਪਾਂ ਸਮਾਪਤੀ ਕਰ ਦਿਆਂਗੇ। ਜਦੋਂ ਰਾਜਤੰਤਰ ਸੀ ਨਾ, ਲੋਕ ਕਹਿੰਦੇ ਹੁੰਦੇ ਸੀ ਵੀ ਰਾਜਤੰਤਰ ਦੇ ਵਿੱਚ ਜਿਹੜਾ ਵਕਤ ਦਾ ਹਾਕਮ ਹੈ ਨਾ, ਇਹ ਮਾਂ ਦੇ ਪੇਟੋਂ ਜੰਮਦਾ। ਲੋਕ ਕਹਿੰਦੇ ਹੁੰਦੇ ਸੀ ਨਾ ਵੀ ਮਾਂ ਦੇ ਪੇਟੋਂ ਜੰਮਦਾ, ਵੀ ਰਾਣੀ ਦੇ ਪੇਟੋਂ ਜਿਹੜਾ ਜਨਮ ਲੈ ਗਿਆ ਉਹ ਰਾਜਾ ਹੋ ਗਿਆ। ਲੋਕ ਕਹਿੰਦੇ ਸੀ ਇਹ ਸਥਿਤੀ ਬਦਲਣੀ ਚਾਹੀਦੀ ਹੈ ਵੀ ਰਾਜਾ ਤੇ ਫਿਰ ਰਾਣੀ ਦੇ ਪੇਟੋਂ ਹੀ ਜਨਮ ਲਵੇਗਾ। ਲੋਕ ਕਹਿੰਦੇ ਲੋਕਤੰਤਰ ਆ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦੇ ਹੁਣ ਰਾਜਾ ਮਾਂ ਦੇ ਪੇਟੋਂ ਜਨਮ ਨਹੀਂ ਲਵੇਗਾ, ਉਹ ਵੋਟਾਂ ਵਾਲੀ ਪੇਟੀ ਦੇ ਵਿੱਚੋਂ ਜਨਮ ਲਵੇਗਾ। ਲੋਕ ਚੁਣਨਗੇ ਸਾਡਾ ਹਾਕਮ ਕੌਣ ਹੈ, ਰਾਜਾ ਕੌਣ ਹੈ। ਇਸੇ ਪ੍ਰਕਾਰ ਹੋਇਆ। ਪਰ ਮੈਂ ਤੁਹਾਡੇ ਲੋਕਤੰਤਰ ਤੋਂ ਵੀ ਸੰਤੁਸ਼ਟ ਨਹੀਂ ਹੁੰਦਾ। ਮੈਨੂੰ ਮਾਫ ਕਰ ਦਿਆ ਜੇ, ਇਹ ਗੱਲਾਂ ਮੇਰੀਆਂ ਕਈਆਂ ਨੂੰ ਚੁੱਭ ਸਕਦੀਆਂ ਨੇ, ਮੈਂ ਸੰਤੁਸ਼ਟ ਨਹੀਂ ਹੁੰਦਾ। ਹੁਣ ਤੁਸੀਂ ਪੁੱਛੋਗੇ ਵੀ ਤੇਰੀ ਸੰਤੁਸ਼ਟੀ ਕਿੱਥੇ ਹੁੰਦੀ ਹੈ? ਮੈਨੂੰ ਲੱਗਿਆ ਵੀ ਲੋਕਤੰਤਰ 49 ਤੇ 51 ਦੀ ਲੜਾਈ ਹੈ। ਕਾਦੀ? 49 ਤੇ 51 ਦੀ ਲੜਾਈ ਹੈ। ਜੇ 51 51 ਇੱਕ ਪਾਸੇ ਹੋ ਗਏ, 49 49 ਦੇ ਉੱਤੇ ਰਾਜ ਕਰਨਗੇ। ਤੇ ਮੈਨੂੰ ਇੱਕ ਗੱਲ ਦੱਸੋ, ਜੇ 51 ਖੋਤੇ ਇੱਕ ਪਾਸੇ ਹੋ ਗਏ ਤਾਂ 49 ਘੋੜਿਆਂ ਤੇ ਵੀ ਤਾਂ ਰਾਜ ਹੋ ਸਕਦਾ ਨਾ? ਬੋਲੋ ਬਈ। ਜੇ 51 ਠੱਗ, ਸ਼ਰਾਬ ਪੀਣੇ, ਦਲਿਦਰੀ, ਲੋਕਾਂ ਦਾ ਲਹੂ ਪੀਣੇ ਇੱਕ ਪਾਸੇ ਹੋ ਗਏ ਤਾਂ 49 ਭਲੇ ਮਾਨਸਾਂ ਤੇ ਰਾਜ ਹੋ ਸਕਦਾ ਨਾ? ਇਹ ਫਿਰ ਤੁਹਾਡਾ ਲੋਕਤੰਤਰ ਕੀ ਹੈ? ਜਦੋਂ ਮੈਂ ਗੁਰੂ ਨਾਨਕ ਦੇ ਘਰ ਨੂੰ ਵੇਖਿਆ ਤੇ ਮੈਂ ਮਹਿਸੂਸ ਕੀਤਾ, ਮੈਂ ਕਿਹਾ ਗੁਰੂ ਨਾਨਕ ਨਾ ਰਾਜਤੰਤਰ ਦੀ ਗੱਲ ਕਰਦੇ ਐ, ਨਾ ਗੁਰੂ ਨਾਨਕ ਲੋਕਤੰਤਰ ਦੀ ਗੱਲ ਕਰਦੇ ਐ। ਇਸ ਤੋਂ ਵੀ ਅੱਗੇ ਗੁਰੂ ਨਾਨਕ ਗੁਣਤੰਤਰ ਦੀ ਗੱਲ ਕਰਦੇ ਐ। ਗੁਰੂ ਨਾਨਕ ਕਹਿੰਦੇ ਨਹੀਂ, ਜੇ ਆਗੂ ਚੁਣਨਾ ਤਾਂ ਤੁਹਾਡੀ ਸਿਲੈਕਸ਼ਨ ਹੋਣੀ ਚਾਹੀਦੀ ਹੈ ਵੀ ਤੁਹਾਡਾ ਆਗੂ ਕੈਸਾ ਹੋਵੇ। ਅੱਜ ਮੈਂ ਦੁਨੀਆ ਨੂੰ ਸਿਰਫ ਇੱਕੋ ਬੇਨਤੀ ਕਰਨੀ ਚਾਹੁੰਦਾ, ਮੈਂ ਮੰਨਿਆ ਗੁਣਤੰਤਰ ਲੋਕਾਂ ਨੇ ਨਹੀਂ ਅਪਣਾਇਆ, ਅਸੀਂ ਲੋਕਤੰਤਰ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਹਾਂ, ਅਸੀਂ ਵੋਟਾਂ ਪਾ ਦਿੰਦੇ ਹਾਂ। ਪਰ ਚੇਤੇ ਰੱਖਿਆ ਜੇ ਜਿਹੜਾ ਬਣਦਾ ਉਹਦੇ ਤੇ ਫਰਜ਼ ਬਣਦੇ ਨੇ ਨਾ ਵੀ ਇਹਨਾਂ ਲੋਕਾਂ ਦੀ ਇੱਕ ਇੱਕ ਵੋਟ ਦੇ ਨਾਲ ਮੈਂ ਬਣਿਆ ਵਾਂ,
ਇਹ ਲੋਕ ਜਿਹੜੇ ਨੇ ਇਹ ਖੇਤਾਂ ਦੇ ਵਿੱਚ ਆਪਣਾ ਚੰਮ ਸਾੜਦੇ ਨੇ, ਇਹ ਠੰਡੇ ਪਾਣੀ ਦੀਆਂ ਸਿਆਲ ਦੇ ਵਿੱਚ ਵਾਰੀਆਂ ਲਾਉਂਦੇ ਨੇ, ਇਹਨਾਂ ਦੇ ਪੈਰ ਸੁੰਨ ਹੋ ਜਾਂਦੇ ਨੇ, ਤੇ ਇਹਨਾਂ ਵਰਗਾ ਤਪਸਵੀ ਕੌਣ ਹੋ ਸਕਦਾ? ਹੁਣ ਤੁਹਾਡੇ ਮਨ 'ਚ ਖਿਆਲ ਆਵੇਗਾ ਵੀ ਉਹ ਕਿਵੇਂ? ਤੁਸੀਂ ਨਾ ਕਾਹਨ ਸਿੰਘ ਨਾਭਾ ਦਾ ਗੁਰਮਤਿ ਮਾਰਤੰਡ ਪੜ੍ਹਿਆ ਜੇ, ਇੱਕ ਵਾਰੀ ਫਿਰ ਨਾਮ ਲੈ ਦਿਓ। ਕੀ ਨਾਮ ਲਿਆ ਮੈਂ? ਗੁਰਮਤਿ। ਮੈਂ ਤਾਂ ਪੁੱਛਦਾ, ਮੈਂ ਕਿਹਾ ਵੀ ਸੁਣਦੇ ਹੋ ਕਿ ਤਾਂ ਕੱਲਾ ਤਾਂ ਨਹੀਂ ਬੋਲੀ ਜਾਂਦਾ? ਹਾਂ, ਕੀ ਸੁਣਦੇ ਹੋ ਜੀ? ਗੁਰਮਤਿ ਮਾਰਤੰਡ। ਜਦੋਂ ਮੈਂ ਪੜ੍ਹਿਆ, ਕਾਹਨ ਸਿੰਘ ਨਾਭਾ ਨੇ ਬੜੀ ਸੋਹਣੀ ਉਹਦੇ ਵਿੱਚ ਇੱਕ ਉਦਾਹਰਨ ਦਿੱਤੀ, ਤੁਹਾਡੇ ਕਿਸਾਨਾਂ ਤੇ ਢੁੱਕਦੀ ਹੈ, ਕਿਉਂਕਿ ਆਈ ਐਮ ਪ੍ਰੀਚਰ, ਮੈਂ ਪ੍ਰਚਾਰਕ ਵੀ ਹਾਂ, ਤੇ ਉਹਦੇ ਵਿੱਚ ਮੈਂ ਐਗਜ਼ਾਮਪਲਸ ਦੇਣਾ ਆਪਣਾ ਫਰਜ਼ ਸਮਝਦਾ ਮੈਂ। ਕਾਹਨ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਦੇ ਵਿੱਚ ਲਿਖਿਆ, ਕਹਿੰਦਾ ਜੇ ਦੁਨੀਆ ਤੇ ਕੋਈ ਸਾਧੂ ਵੇਖਣਾ ਹੋਵੇ ਨਾ, ਤੇ ਕਹਿੰਦਾ ਕਿਸਾਨ ਤੋਂ ਵੱਡਾ ਕੋਈ ਸਾਧੂ ਨਹੀਂ ਹੋ ਸਕਦਾ। ਪੁੱਛਿਆ ਵੀ ਉਹ ਕਿਵੇਂ? ਪੁੱਛਿਆ ਵੀ ਕਾਹਨ ਸਿੰਘ ਨਾਭਾ ਉਹ ਕਿਵੇਂ? ਕਹਿੰਦਾ ਵੀ ਆਮ ਕਰਕੇ ਕੋਈ ਕਹਿ ਦਿੰਦਾ ਵੀ ਫਲਾਣਾ ਬਾਬਾ ਧੂਣੀ ਲਾ ਕੇ ਬੈਠਾ। ਆਮ ਕਰਕੇ ਹੈ ਨਾ, ਬਾਬਿਆਂ ਦੇ ਵਿੱਚ ਵੀ ਬੜੀ ਵੈਰਾਈਟੀ ਹੈ। ਫਲਾਣਾ ਬਾਬਾ ਧੂਣੀ ਲਾ ਕੇ ਬੈਠਾ। ਹੁਣ ਸਾਰੇ ਬਾਬਾ ਰਾਜਾ ਰਾਮ ਸਿੰਘ ਵਰਗੇ ਥੋੜਾ ਹੁੰਦੇ ਨੇ ਜਿਹੜੇ ਡਾਂਗ ਚੁੱਕ ਕੇ ਕਿਰਪਾਨ ਲੈ ਕੇ ਮੁਕਾਬਲਾ ਕਰਨ ਲੱਗ ਪੈਂਦੇ ਨੇ, ਹੈਨਾ। ਬਹੁਤੇ ਤੇ ਲਗਜ਼ਰੀ ਕਾਰ ਦੇ ਸ਼ੌਕੀਨ ਵੀ ਹੁੰਦੇ ਨੇ। ਚਲੋ ਖੈਰ, ਇਹ ਗੱਲਾਂ ਆਪਾਂ ਫਿਰ ਕਰਾਂਗੇ। ਉਹ ਕੀ ਲਿਖਦੇ? ਕਹਿੰਦੇ ਵੀ ਇੱਕ ਹੁੰਦਾ ਸਾਧੂ ਜਿਹੜਾ ਕੀ ਕਰਦਾ, ਕਹਿੰਦੇ ਜੀ ਧੂਣੀ ਲਾ ਕੇ ਬਾਬਾ ਬੈਠਾ। ਹੁਣ ਜਿਹੜਾ ਧੂਣੀ ਵਾਲੇ ਬਾਬੇ ਦਾ ਚੇਲਾ ਹੋਇਆ, ਗੁੱਸਾ ਨਾ ਕਰਿਆ ਜੇ, ਮੇਰੀ ਗੱਲ ਸੁਣਿਆ ਜੇ ਵੀ ਕਿਸ ਸੰਦਰਭ ਦੇ ਵਿੱਚ ਮੈਂ ਗੱਲ ਕੀਤੀ ਹੈ। ਉਹ ਕਹਿੰਦੇ ਵੀ ਇਹਦੀ ਮਹਾਨਤਾ ਕੀ ਹੈ? ਕਹਿੰਦਾ ਜੀ ਵੇਖੋ, ਗਰਮੀ ਦੇ ਦਿਨ ਨੇ ਤੇ ਬਾਬਾ ਜੀ ਧੂਣੀ ਲਾ ਕੇ ਬੈਠੇ ਨੇ, ਆਪਣਾ ਚੰਮ ਸਾੜਦੇ ਨੇ। ਕਾਹਨ ਸਿੰਘ ਨਾਭਾ ਕਹਿੰਦਾ ਵੀ ਇਹਦੇ ਚੰਮ ਸਾੜਨ ਦਾ ਲੋਕਾਂ ਨੂੰ ਕੀ ਫਾਇਦਾ ਹੋਇਆ? ਵੀ ਜੇ ਬਾਬਾ ਚੰਮ ਸਾੜਦਾ ਹੈ ਤੇ ਬਾਬੇ ਨੇ ਧੂਣੀ ਲਾਈ ਹੈ, ਗਰਮੀ ਦੇ ਵਿੱਚ ਚੰਮ ਸਾੜਿਆ, ਤੇ ਕਹਿੰਦਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੋਇਆ? ਪੁੱਛਿਆ ਫਿਰ ਫਾਇਦਾ ਕਿਹਨੂੰ ਹੋਇਆ? ਕਹਿੰਦਾ ਜੇ ਕਿਸਾਨ ਨੇ ਖੇਤਾਂ ਦੇ ਵਿੱਚ ਚੰਮ ਸਾੜਿਆ, ਕਹਿੰਦਾ ਫਸਲ ਪੈਦਾ ਕੀਤੀ, ਕਹਿੰਦਾ ਫਸਲ ਪੈਦਾ ਕੀਤੀ, ਆਪਣਾ ਵੀ ਢਿੱਡ ਭਰਿਆ, ਟੱਬਰ ਦਾ ਵੀ ਢਿੱਡ ਭਰਿਆ, ਤੇ ਅੱਗੇ ਜਾ ਕੇ ਉਹਨੇ ਲੋਕਾਂ ਦਾ ਵੀ ਢਿੱਡ ਭਰਿਆ। ਕਹਿੰਦਾ ਹੁਣ ਤੁਸੀਂ ਦੱਸੋ ਸੰਤ ਕੌਣ ਹੈ? ਕਾਹਨ ਸਿੰਘ ਨਾਭਾ ਕਹਿੰਦਾ ਪੈਮਾਨੇ ਤੇ ਬਣਾਓ ਨਾ ਵੀ ਸੰਤ ਕੌਣ ਹੈ। ਮੈਂ ਆਪਣੇ ਬਾਪੂ ਨੂੰ ਖੇਤਾਂ ਦੇ ਵਿੱਚ ਕੰਮ ਕਰਦੇ ਵੇਖਿਆ, ਛੋਟੇ ਹੁੰਦੇ ਮੈਂ ਵੀ ਖੇਤਾਂ ਦੇ ਵਿੱਚ ਕੰਮ ਕੀਤਾ ਹੈ। ਮੇਰਾ ਜਨਮ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਮੰਡੀ ਦਾ, ਤੇ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੇਣਾ ਮੈਂ ਆਪਣੇ ਬਾਪੂ ਨੂੰ ਖੇਤਾਂ ਵਿੱਚ ਕੰਮ ਕਰਦੇ ਵੇਖਿਆ। ਜਦੋਂ ਆ ਕੇ ਪਸੀਨੇ ਦੇ ਨਾਲ ਭਿੱਜੇ ਨੇ ਆਪਣੀ ਬਨੈਣ ਲਾਉਣੀ ਨਾ, ਤੇ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਸਾਨੂੰ ਪਤਾ ਨਹੀਂ ਸੀ ਹੁੰਦਾ, ਸੀ ਹੱਸਣਾ। ਉਹ ਪਿੰਡਾ ਜਿੱਥੋਂ ਬਨੈਣ ਲਾਈ ਜਾਂਦੀ ਹੈ ਨਾ, ਤੁਸੀਂ ਵੇਖੋ ਵੀ ਸਾਰਾ ਪਿੰਡਾ ਕਾਲਾ ਹੋ ਜਾਂਦਾ, ਮੱਚ ਜਾਂਦਾ ਹੈ, ਤੇ ਜਿੱਥੇ ਬਨੈਣ ਪਾਈ ਹੁੰਦੀ ਓਨਾ ਗੋਰਾ ਰਹਿ ਜਾਂਦਾ। ਬਨੈਣ ਛਪ ਜਾਂਦੀ ਹੈ ਨਾ ਜੀ। ਬੋਲੋ ਵੀ ਸੱਚ ਹੈ ਕਿ ਝੂਠ ਹੈ? ਹੁਣ ਖੇਤਾਂ ਦੇ ਵਿੱਚ ਜਿਹਨੇ ਆਪਣਾ ਚੰਮ ਸਾੜਿਆ, ਅੰਨ ਪੈਦਾ ਕੀਤਾ, ਮੈਨੂੰ ਦੱਸੋ ਵੀ ਇਹਦੇ ਵਿੱਚ 2 ਨੰਬਰ ਦੀ ਕਮਾਈ ਕਿਹੜੀ ਹੈ ਜੀ? ਉਹਨੇ ਚੰਮ ਸਾੜਿਆ, ਉਹਨੇ ਅੰਨ ਪੈਦਾ ਕੀਤਾ, ਫਿਰ ਉਹਦੇ ਅੰਨ ਦੀ ਇੰਸ਼ੋਰੈਂਸ ਵੀ ਕੋਈ ਨਹੀਂ। ਜੇ ਬੱਦਲ ਆਉਂਦੇ ਨੇ ਉਹਦਾ ਅੰਦਰ ਹੌਕੇ ਲੈਂਦਾ। ਬੋਲੋ ਬਈ, ਮੇਰੇ ਵਰਗਾ ਤਾਂ ਕਹਿ ਦਿੰਦਾ ਮੌਸਮ ਵੇਖੋ ਕਿੱਡਾ ਵਧੀਆ ਹੋ ਗਿਆ, ਬੱਦਲ ਆ ਗਏ। ਪਰ ਜਿਹੜਾ ਕਿਸਾਨ ਜਿਹਨੇ ਖੇਤੀ ਪੈਦਾ ਕੀਤੀ ਹੈ, ਚੇਤੇ ਰੱਖਿਆ ਜੇ, ਉਹਦਾ ਅੰਦਰ ਹੌਕਾ ਲੈਂਦਾ। ਕਹਿੰਦਾ ਰੱਬਾ ਜੇ 4 ਛਿੱਟਾਂ ਪੈ ਗਈਆਂ ਨਾ, ਤੇ ਚੇਤੇ ਰੱਖੀ ਸੱਚੇ ਪਾਤਸ਼ਾਹ ਮੇਰੇ ਤੋਂ 5 ਸਾਲ ਨਹੀਂ ਉੱਠਿਆ ਜਾਣਾ, ਮੈਂ ਵਿਆਜਾਂ ਲਾਉਂਦਾ ਮਰ ਜਾਵਾਂਗਾ। ਬੋਲੋ ਵੀ ਸੱਚ ਹੈ ਕਿ ਝੂਠ ਹੈ? ਇਹ ਗੱਲਾਂ ਦਾ ਜਵਾਬ ਦਿਆ ਜੇ। ਅੱਜ ਦੱਸੋ ਵੀ ਸੰਤ ਦੇ ਪੈਮਾਨਾ ਤੁਸੀਂ ਕੀ ਮੰਨਦੇ ਹੋ? ਹਕੀਕਤ ਹੈ, ਕਾਹਨ ਸਿੰਘ ਨਾਭਾ ਕਹਿੰਦਾ ਵੀ ਅਸਲੀ ਸੰਤ ਤੇ ਉਹ ਹੈ। ਕਹਿੰਦਾ ਉਹ ਥੋੜਾ ਸੰਤ ਹੈ ਜਿਹੜਾ ਧੂਣੀ ਲਾ ਕੇ ਬੈਠਾ। ਕਹਿੰਦਾ ਤੇਰੀ ਧੂਣੀ ਦਾ ਲੋਕਾਂ ਨੂੰ ਕੀ ਫਾਇਦਾ ਹੋਇਆ? ਕਹਿੰਦਾ ਅਸਲ ਦੇ ਵਿੱਚ ਸੰਤ ਉਹ ਹੈ ਜਿਹਨੇ ਆਪਣਾ ਪਿੰਡਾ ਧੁੱਪਾਂ ਦੇ ਵਿੱਚ ਸਾੜਿਆ, ਅੰਨ ਪੈਦਾ ਕੀਤਾ, ਅੰਨ ਪੈਦਾ ਕਰਕੇ ਆਪਣਾ ਵੀ ਢਿੱਡ ਭਰਿਆ, ਤੇ ਅੱਗੇ ਜਾ ਕੇ ਉਹਨੇ ਲੋਕਾਂ ਦਾ ਵੀ ਢਿੱਡ ਭਰਿਆ, ਤੇ ਚਿੜੀਆਂ ਵੀ ਚੁੱਕ ਕੇ ਖਾ ਗਈਆਂ। ਬੋਲੋ ਵੀ, ਚਿੜੀਆਂ ਵੀ ਚੁੱਕ ਕੇ ਖਾ ਗਈਆਂ, ਉਹਨਾਂ ਵੀ ਢਿੱਡ ਭਰਿਆ। ਜੇ ਮੰਡੀ ਦੇ ਵਿੱਚ ਲੈ ਕੇ ਗਿਆ, ਤੇ ਮੰਡੀ ਦੇ ਵਿੱਚ ਵੀ ਜਿਹੜਾ ਸਾਡਾ ਮਜ਼ਦੂਰ ਭਰਾ ਸੀ, ਉਹ ਕਿਸਾਨ ਨੂੰ ਕਹਿੰਦਾ ਤੈਨੂੰ ਰੱਬ ਨੇ ਬੜੀਆਂ ਬੋਰੀਆਂ ਦੇਤੀਆਂ, ਹੁਣ ਜਿਹੜਾ ਹੇਠਾਂ 4 ਦਾਣੇ ਇਕੱਠੇ ਹੋ ਗਏ ਨਾ, ਇੱਥੇ ਝਾੜੂ ਮੈਨੂੰ ਵੀ ਲਾ ਲੈਣ ਦੇ। ਕਹਿੰਦਾ ਚੱਲ ਪੀਪਾ ਤੂੰ ਵੀ ਲੈ ਜਾ। ਬੋਲੋ ਵੀ ਸੱਚ ਹੈ ਕਿ ਨਹੀਂ ਸੱਚ? ਔਰ ਜੇ ਕਿਤੇ ਫਸਲ ਪੈਦਾ ਹੋ ਜਾਂਦੀ ਹੈ, ਮੈਂ ਕਿਸੇ ਬਾਬੇ ਦਾ ਅੱਜ ਵਿਰੋਧੀ ਨਹੀਂ, ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਉਹਨਾਂ ਨੂੰ ਗਰਾਈ ਦੇ ਵੀ ਦਿਆ ਕਰਿਆ ਜੇ। ਸਾਡੀ ਭਾਵੇਂ ਫਸਲ ਤਬਾਹ ਹੋ ਜਾਏ, ਬਾਬਿਆਂ ਦੀਆਂ 5 ਬੋਰੀਆਂ ਫੇਰ ਹਰੀਆਂ ਹੁੰਦੀਆਂ। ਬੋਲੋ ਵੀ, ਹੈ ਨਾ? ਉਹ ਵੀ ਕਹਿ ਦਿੰਦੇ ਨੇ, ਕਹਿੰਦੇ ਮਿੱਤਰਾ 5 ਤੇਰੀਆਂ। ਹਾਂ, ਅੱਜ ਫਿਰ ਮੈਂ ਬੇਨਤੀ ਲੱਗਾ ਕਰਨ, ਮੈਂ ਉਸ ਬਾਬੇ ਦਾ ਵਿਰੋਧੀ ਨਹੀਂ ਜਿਹਨੇ ਅੱਜ ਤੁਹਾਡੇ ਵਿੱਚ ਆ ਕੇ ਤੁਹਾਡੇ ਨਾਲ ਮੋਢਾ ਜੋੜਿਆ। ਮੈਂ ਉਸ ਬਾਬੇ ਦਾ ਵਿਰੋਧੀ ਨਹੀਂ ਜਿਹਨੇ ਆ ਕੇ ਤੁਹਾਨੂੰ ਕਹਿ ਦਿੱਤਾ ਵੀ ਲੰਗਰ ਮੈਂ ਲਾਵਾਂਗਾ, ਪ੍ਰਵਾਹ ਨਾ ਕਰਿਆ ਜੇ। ਤੇ ਕਾਹਨ ਸਿੰਘ ਨਾਭਾ ਦੂਜੀ ਉਦਾਹਰਨ ਦਿੰਦਾ ਹੈ, ਕਹਿੰਦਾ ਫਿਰ ਇੱਕ ਹੋਰ ਵੈਰਾਈਟੀ ਹੁੰਦੀ ਹੈ ਸਾਧ ਦੀ। ਕਹਿੰਦਾ ਪੁੱਛਿਆ ਵੀ ਕਿਹੜੀ? ਕਹਿੰਦਾ ਵੀ ਜਿਹਨੇ ਰੱਬ ਨੂੰ ਨਹੀਂ ਪਾਇਆ ਹੁੰਦਾ, ਪਰ ਪਾਣੀ ਦੇ ਵਿੱਚ ਇੱਕ ਲੱਤ ਦੇ ਭਾਰ ਖਲੋ ਜਾਂਦਾ ਹੈ, ਤੇ ਲੋਕ ਕਹਿੰਦੇ ਸਾਡੇ ਵਾਲੇ ਤੇ ਬਾਬਾ ਜੀ ਬੜੇ ਮਹਾਨ ਨੇ। ਪੁੱਛਿਆ ਵੀ ਕੀ ਹੋ ਗਿਆ? ਕਹਿੰਦਾ ਠੰਡ ਦੇ ਦਿਨ ਨੇ, ਤੇ ਸਾਡਾ ਬਾਬਾ ਪਾਣੀ ਦੇ ਵਿੱਚ ਇੱਕ ਲੱਤ ਦੇ ਭਾਰ ਖਲੋ ਗਿਆ। ਕਾਹਨ ਸਿੰਘ ਨਾਭਾ ਕਹਿੰਦਾ ਇਹਦੇ ਵਿੱਚ ਲੋਕਾਂ ਦਾ ਕੀ ਫਾਇਦਾ ਹੋਇਆ? ਤੇਰਾ ਬਾਬਾ ਪਾਣੀ ਦੇ ਵਿੱਚ ਖਲੋਤਾ, ਉੱਥੇ ਤਾਂ ਬਗਲਾ ਵੀ ਜਾ ਕੇ ਖਲੋ ਜਾਂਦਾ। ਬੋਲੋ ਵੀ, ਬਗਲਾ ਵੀ ਖਲੋਂਦਾ, ਤੇ ਪਰ ਤੇਰੇ ਵਾਲਾ ਬਾਬਾ ਖਲੋ ਗਿਆ, ਸਾਨੂੰ ਕੀ ਫਾਇਦਾ ਹੋਇਆ? ਪੁੱਛਿਆ ਫਿਰ ਸੰਤ ਕੌਣ ਹੈ?
ਕਹਿੰਦਾ ਜਿਹੜਾ ਨਹਿਰੀ ਪਾਣੀ ਦੀਆਂ ਸਿਆਲ ਦੇ ਵਿੱਚ ਵਾਰੀਆਂ ਲਾਉਂਦਾ ਤੇ ਖਾਲੇ ਖਾਲ ਤੁਰਿਆ ਹੁੰਦਾ, ਕਹਿੰਦਾ ਸੱਪਾਂ ਦੀਆਂ ਸਿਰੀਆਂ ਮਿੱਧਦਾ, ਪੈਰ ਸੁੰਨ ਹੋ ਜਾਂਦੇ ਨੇ, ਵੱਢਿਆ ਵੀ ਜਾਵੇ ਪੈਰ ਤੇ ਪਤਾ ਨਹੀਂ ਲੱਗਦਾ। ਨਿਆਣਾ ਕਹਿੰਦਾ ਬਾਪੂ ਪੈਰ ਚੋਂ ਲਹੂ ਵਗਦਾ ਪਿਆ, ਕਹਿੰਦਾ ਮੈਨੂੰ ਨਹੀਂ ਪਤਾ ਲੱਗਾ, ਪੈਰ ਸੁੰਨ ਹੋਇਆ ਸੀ ਨਾ, ਅੱਛਾ ਲਹੂ ਵਗਦਾ ਪਿਆ, ਇਹਦਾ ਮਤਲਬ ਪੈਰ ਦੇ ਵਿੱਚ ਕੁਝ ਵੱਜ ਗਿਆ ਹੋਣਾ। ਬੋਲੋ ਸੱਚ ਹੈ ਕਿ ਝੂਠ ਹੈ ਬਈ? ਇਹ ਹਕੀਕਤ ਹੈ ਨਾ। ਇਹ ਗੱਲਾਂ ਮੋਦੀ ਸਰਕਾਰ ਨੂੰ ਕੀ ਗੱਲ ਪਤਾ ਨਹੀਂ ਲੱਗਦੀਆਂ? ਇਹਨਾਂ ਦੀ ਜਿਹੜੀ ਮਿਨਿਸਟਰੀ ਉਹਨਾਂ ਨੂੰ ਪਤਾ ਨਹੀਂ ਲੱਗਦੀਆਂ ਵੀ ਇਹ ਕਿਹੜੇ ਲੋਕ ਨੇ? ਇਹ ਮਿੱਟੀ ਨਾਲ ਮਿੱਟੀ ਹੋਣ ਵਾਲੇ ਨੇ। ਇਹ ਪਾਣੀ ਦੇ ਵਿੱਚ ਸਿਆਲ ਦੇ ਦਿਨਾਂ ਦੇ ਅੰਦਰ ਨਹਿਰੀ ਪਾਣੀ ਦੀਆਂ ਵਾਰੀਆਂ ਲਾਉਂਦੇ ਨੇ, ਧੁੱਪਾਂ ਦੇ ਵਿੱਚ ਆਪਣਾ ਚੰਮ ਸਾੜਦੇ ਨੇ, ਤੇ ਦੁਨੀਆ ਦੇ ਉੱਪਰ ਕਿਸੇ ਵੀ ਕੰਪਨੀ ਨੂੰ ਆਪਣਾ ਪ੍ਰੋਡਕਟ ਵੇਚਣ ਦੇ ਲਈ ਸੜਕਾਂ ਦੇ ਉੱਪਰ ਨਹੀਂ ਆਉਣਾ ਪੈਂਦਾ। ਇੱਕ ਇਕੱਲਾ ਕਿਸਾਨ ਹੈ ਜਿਹੜਾ ਫਸਲ ਪੈਦਾ ਕਰਦਾ ਹੈ ਤੇ ਵੇਚਣ ਦੇ ਲਈ ਇਹਨੂੰ ਕਦੀ ਸੜਕ ਰੋਕਣੀ ਪੈਂਦੀ ਹੈ ਤੇ ਕਦੀ ਇਹਨੂੰ ਰੇਲ ਰੋਕਣੀ ਪੈਂਦੀ ਹੈ। ਇੱਥੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ ਹੋ ਜਾਂਦਾ ਹੈ, ਪਰ ਕਿਸਾਨ ਦੀਆਂ 2 ਕਿਸ਼ਤਾਂ ਟੁੱਟ ਜਾਣ ਤੇ ਚੇਤੇ ਰੱਖਿਆ ਜੇ ਡਿਫਾਲਟਰ ਸ਼ੋਅ ਕਰਕੇ ਬੈਂਕ ਦੇ ਬਾਹਰ ਫੋਟੋਆਂ ਲੱਗ ਜਾਂਦੀਆਂ ਨੇ। ਇਹਨੂੰ ਮਰਨ ਤੇ ਮਜਬੂਰ ਕੌਣ ਕਰਦਾ? ਅੱਜ ਦੱਸਿਆ ਜੀ ਇਹ ਗੱਲਾਂ ਬਈ। ਸ਼ੌਂਕ ਨਾਲ ਕੋਈ ਨਹੀਂ ਮਰਦਾ, ਚਾਹ ਨਾਲ ਕੋਈ ਨਹੀਂ ਜੇ ਮਰਦਾ। ਜਦੋਂ ਤੁਸੀਂ ਕਿਸੇ ਬੰਦੇ ਦਾ ਜੀਵਨ ਖਤਮ ਕਰ ਦਿੰਦੇ ਹੋ, ਉਹਦੀਆਂ ਫੋਟੋਆਂ ਲਾ ਦਿੰਦੇ ਹੋ, ਆਖਰਕਾਰ ਉਹਨੂੰ ਮਰਨ ਤੇ ਮਜਬੂਰ ਹੋਣਾ ਪੈਂਦਾ ਹੈ। ਸਰਕਾਰਾਂ ਹੀ ਇਹਨਾਂ ਚੀਜ਼ਾਂ ਤੇ ਸਾਨੂੰ ਮਜਬੂਰ ਕਰ ਦਿੰਦੀਆਂ ਨੇ। ਅੰਦਾਜ਼ਾ ਲਾ ਕੇ ਵੇਖਿਆ ਜੇ ਮਿੱਤਰੋ, ਅੱਜ ਮੈਂ ਤਾਂ ਬੇਨਤੀਆਂ ਕਰਦਾ ਵਾਂ ਕਿ ਦੇਸ਼ ਦਾ ਅੰਨ ਪੈਦਾ ਕਰਨ ਵਾਲਾ, ਮਿੱਟੀ ਨਾਲ ਮਿੱਟੀ ਹੋਣ ਵਾਲਾ, ਧੁੱਪਾਂ ਦੇ ਵਿੱਚ ਆਪਣੇ ਚੰਮ ਸਾੜਨ ਵਾਲਾ ਜੇ ਦਿੱਲੀ ਦੀ ਰਾਜਧਾਨੀ ਦੇ ਵਿੱਚ ਆਇਆ ਤੇ ਫਰਜ਼ ਬਣਦਾ ਸੀ ਇਸ ਵੇਲੇ ਦੀ ਕੈਬਨਿਟ ਦਾ ਜਿਉਂ ਆਇਆ ਆਖਦੇ ਵੀ ਤੁਹਾਡੀਆਂ ਮੰਗਾਂ ਕੀ ਨੇ। ਅਸੀਂ ਚਾਹ ਦੇ ਨਾਲ ਸੜਕਾਂ ਨਹੀਂ ਜਾਮ ਕੀਤੀਆਂ। ਬੋਲੋ ਵੀ ਕਿੰਨੀ ਵਾਰੀ ਦਿੱਲੀ ਦੇ ਵਿੱਚ ਆਇਆ, ਕਿੰਨੀਆਂ ਕਿ ਅਸੀਂ ਸੜਕਾਂ ਜਾਮ ਕਰ ਲਈਆਂ, ਆਪਣੇ ਘਰ ਪਰਿਵਾਰ ਛੱਡ ਕੇ ਆਇਆ, ਕੰਮ ਛੱਡ ਕੇ ਆਇਆ। ਅੱਜ ਵੀ ਇਹ ਬਿੱਲ ਵਾਪਸ ਲੈ ਲੈਣ ਤੇ ਮੈਨੂੰ ਲੱਗਦਾ ਸਾਡੇ ਬੱਚੇ ਚਾਵਾਂ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਵਾਪਸ ਜਾਣਗੇ। ਭਾਵੇਂ ਕਿ ਸਾਨੂੰ ਇਹ ਅੰਦੋਲਨ ਬੜਾ ਮਹਿੰਗਾ ਪੈ ਗਿਆ, 150 ਤੋਂ ਉੱਤੇ ਅਸੀਂ ਆਪਣੀਆਂ ਸ਼ਹੀਦੀਆਂ ਦੇ ਲਈਆਂ। ਤੇ ਜੇ ਮੈਂ ਨਵਰੀਤ ਸਿੰਘ ਦੀ ਗੱਲ ਕਰਾਂ ਤੇ ਇਸ ਵੇਲੇ ਪ੍ਰਸ਼ਾਸਨ ਦੀ ਗੋਲੀ ਦਾ ਸ਼ਿਕਾਰ ਇੱਕ ਪਹਿਲਾ ਸ਼ਹੀਦ ਹੈ। ਬਾਕੀ ਸਾਰੀਆਂ ਸ਼ਹਾਦਤਾਂ ਸਤਿਕਾਰਯੋਗ ਨੇ। ਕੋਈ ਹਾਰਟ ਅਟੈਕ ਦੇ ਨਾਲ ਖੋ ਗਈ, ਕੋਈ ਹੋਰ ਕਾਰਨ ਬਣ ਗਿਆ, ਪਰ ਜੇ ਸਰਕਾਰੀ ਤਸ਼ੱਦਦ ਦਾ ਪਹਿਲਾ ਸ਼ਹੀਦ ਮੰਨਿਆ ਜਾਵੇ ਤੇ ਉਹ ਭਾਈ ਨਵਰੀਤ ਸਿੰਘ ਹੈ। ਇੰਨਾ ਕੁਝ ਅਸੀਂ ਕਰ ਲਿਆ ਇੱਥੇ। ਦੁਨੀਆ ਦੇ ਵਿੱਚ ਜੇ ਕੋਈ ਕੰਪਨੀ ਕੋਈ ਚੀਜ਼ ਤਿਆਰ ਕਰਦੀ ਹੈ ਉਹ ਆਪਣੇ ਖਰਚੇ ਆਪ ਤੈਅ ਕਰਦੀ ਹੈ। ਕੀ ਕਹਿੰਦੀ? ਕਹਿੰਦੇ ਤਾਂ ਲੈਬ ਟੈਸਟ ਦਾ ਖਰਚਾ ਇੰਨਾ ਆਇਆ, ਇਹਦੀ ਪ੍ਰੋਡਕਸ਼ਨ ਦਾ ਖਰਚਾ ਇੰਨਾ ਆਇਆ, ਇਹਦੀ ਸਾਰੀ ਪ੍ਰੋਸੈਸਿੰਗ ਦਾ ਖਰਚਾ ਇੰਨਾ ਆਇਆ, ਤੇ ਸਾਰਾ ਖਰਚਾ ਕੱਢ ਕੇ ਪਤਾ ਕੀ ਕਹਿ ਦਿੰਦੇ ਨੇ? ਕਹਿੰਦੇ ਇਹਦਾ ਮੁੱਲ ਅਸੀਂ ਰੱਖਦੇ ਆ। ਦੁਨੀਆ ਦੀ ਕੋਈ ਕੰਪਨੀ ਕੋਈ ਚੀਜ਼ ਤਿਆਰ ਕਰਦੀ ਹੈ, ਉਹਦਾ ਮੁੱਲ ਕੰਪਨੀ ਤੈਅ ਕਰਦੀ ਹੈ, ਫਸਲ ਕਿਸਾਨ ਤੈਅ ਕਰਦਾ ਤੇ ਇਹਦਾ ਰੇਟ ਸਰਕਾਰਾਂ ਤੈਅ ਕਰਦੀਆਂ। ਬੋਲੋ ਸੱਚ ਹੈ ਕਿ ਝੂਠ ਹੈ ਬਈ? ਹਕੀਕਤ ਇਹ ਗੱਲਾਂ ਚਿੱਟੇ ਦਿਨ ਵਰਗੀਆਂ ਨੇ। ਇਹ ਗੱਲਾਂ ਮੈਨੂੰ ਕੋਈ ਮਾੜਾ ਕਹਿ ਲਵੇ ਚੰਗਾ ਕਹਿ ਲਵੇ ਕੀ ਫਰਕ ਪੈਂਦਾ ਹੈ, ਪਰ ਚਿੱਟੇ ਦਿਨ ਵਰਗੀਆਂ ਇਹ ਗੱਲਾਂ ਨੇ। ਇਹਨਾਂ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਕਿਸਾਨ ਨੂੰ ਕਰਨਾ ਪੈਂਦਾ ਹੈ। ਉਹ ਭਰਾਵੋ ਇੱਕ ਬੇਨਤੀ ਕਰਾਂ ਮੈਂ, ਹੁਣ ਕੱਲਾ ਆਲੂ ਨਾ ਵੇਚੀ ਜਾਓ। ਬੇਨਤੀ ਮੇਰੀ ਇੰਨੀ ਕੁ ਮੰਨ ਲਿਆ ਜੇ, ਨੌਜਵਾਨ ਸਾਡਾ ਸੁਣਦਾ ਪਿਆ, ਜਿੰਨੀ ਦੇਰ ਤੱਕ ਕੱਲੀ ਫਸਲ ਵੇਚੋਗੇ ਤੁਸੀਂ ਕਰਜ਼ਾਈ ਰਹੋਗੇ ਔਰ ਕਰਜ਼ੇ ਦੇ ਵਿੱਚ ਤੁਹਾਡਾ ਵਾਲ ਗੁੰਦਿਆ ਰਹਿਣਾ। ਜਿੰਨੀ ਦੇਰ ਤੱਕ ਤੁਸੀਂ ਪ੍ਰੋਸੈਸਿੰਗ ਯੂਨਿਟ ਨਹੀਂ ਲਾ ਦਿੰਦੇ ਉਨੀ ਦੇਰ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਤੁਸੀਂ ਕੁਇੰਟਲਾਂ ਦੇ ਹਿਸਾਬ ਦੇ ਨਾਲ ਆਲੂ ਵੇਚਣਾ ਤੇ ਗ੍ਰਾਮਾਂ ਦੇ ਹਿਸਾਬ ਨਾਲ ਚਿਪਸ ਵੇਚਣਾ, ਇਹ ਤੁਹਾਡੇ ਤੇ ਮੁਨਸਰ ਕਰਦਾ ਵੀ ਹੁਣ ਤੁਸੀਂ ਕਰਨਾ ਕੀ ਹੈ। ਤੁਸੀਂ ਫੇਰ ਇੱਕ ਪਾਸੇ ਕਹਿ ਦਿੰਦੇ ਹੋ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੋ। ਮੈਂ ਵੀ ਕਹਿ ਦਿੰਦਾ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੀਏ। ਵਿਰੋਧ ਕਿਵੇਂ ਹੋਵੇਗਾ ਬਈ? ਬੋਲੋ। ਖਾਦ ਲੈਣੀ ਹੈ ਕਾਰਪੋਰੇਟ ਘਰਾਣਿਆਂ ਦੇ ਅੱਗੇ ਹੱਥ ਡਾ ਦਿੰਦੇ ਆ। ਜੇ ਅਸੀਂ ਉੱਥੋਂ ਪੰਜਾਬ ਤੋਂ ਜਾਂ ਹਰਿਆਣੇ ਤੋਂ ਦਿੱਲੀ ਦੀ ਧਰਤੀ ਤੇ ਆਏ ਆ, ਜਿੰਨੇ ਟਾਇਰ ਦੀ ਕਸਾਈ ਹੋਈ ਏ, ਫਾਇਦਾ ਕਿਹਨੂੰ ਹੋਇਆ? ਕਾਰਪੋਰੇਟ ਘਰਾਣਿਆਂ ਨੂੰ। ਅਰਬਾਂ ਦਾ ਤੇਲ ਮਚਿਆ, ਫਾਇਦਾ ਕਿਹਨੂੰ ਹੋਇਆ? ਕਾਰਪੋਰੇਟ ਘਰਾਣਿਆਂ ਨੂੰ। ਜਿੰਨੀ ਝੰਡੀ ਲੱਗੀ, ਜਿੰਨਾ ਸਟicker ਲੱਗਾ, ਫਾਇਦਾ ਕਿਹਨੂੰ ਹੋਇਆ? ਕਾਰਪੋਰੇਟ ਘਰਾਣਿਆਂ ਨੂੰ। ਜਿੰਨਾ ਪਾਣੀ ਯੂਜ਼ ਹੋ ਰਿਹਾ ਇੱਥੇ ਬੋਤਲ ਵਾਲਾ, ਫਾਇਦਾ ਕਿਹਨੂੰ ਹੋ ਰਿਹਾ? ਕਾਰਪੋਰੇਟ ਘਰਾਣਿਆਂ ਨੂੰ। ਤੇ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਬੰਦ ਕਿਵੇਂ ਕਰਨਾ ਹੈ? ਇੱਕ ਬੇਨਤੀ ਸੁਣ ਲਓ, ਚੰਗੀ ਲੱਗੇ ਰੱਖ ਲਿਆ ਜੇ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦਿਆਂਗੇ। ਕਾਰਪੋਰੇਟ ਘਰਾਣਿਆਂ ਦਾ ਵਿਰੋਧ ਪਤਾ ਕਿਵੇਂ ਹੋਣਾ ਹੈ? ਜਦੋਂ ਤੁਸੀਂ ਆਪਣੀ ਆਰਗੈਨਿਕ ਖੇਤੀ ਵਾਲੇ ਪਾਸੇ ਆ ਗਏ, ਜਦੋਂ ਤੁਸੀਂ ਉੱਤਮ ਖੇਤੀ ਵਾਲੇ ਪਾਸੇ ਆ ਗਏ, ਉਹ ਪੁੱਛੋਗੇ ਵੀ ਕਿਵੇਂ? ਤੁਸੀਂ ਆਪਣੇ ਘਰਾਂ ਦੇ ਵਿੱਚ ਤੁਹਾਡੇ ਕੋਲ ਰੇਹ ਹੈ, ਡੰਗਰਾਂ ਦਾ ਗੋਹਾ, ਮੁਰਗੀਆਂ ਦੀਆਂ ਬਿੱਠਾਂ, ਬੱਕਰੀਆਂ ਦੀਆਂ ਮਿੰਗਣਾ, ਇਹ ਰੇਹ ਜਿਹੜੀ ਹੈ ਆਪਣੇ ਖੇਤਾਂ ਦੇ ਵਿੱਚ ਪਾਉਣੀ ਸ਼ੁਰੂ ਕਰ ਦਿਓ। ਸਾਨੂੰ ਨਹੀਂ ਚਾਹੀਦੀ ਤੁਹਾਡੀ ਯੂਰੀਆ। ਕਾਰਪੋਰੇਟ ਘਰਾਣਿਆਂ ਦਾ ਸਿੱਧਾ ਵਿਰੋਧ ਹੋ ਗਿਆ। ਇਹ ਇੰਜ ਕਰਨੇ ਪੈਣੇ ਜੇ। ਗੱਲਾਂ ਦੇ ਨਾਲ ਨਾਰੇ ਜਿੰਨੇ ਮਰਜ਼ੀ ਮਾਰ ਲਓ। ਮੈਂ ਵੀ ਤੁਹਾਨੂੰ 4 ਨਾਰੇ ਮਾਰ ਕੇ ਜਜ਼ਬਾਤੀ ਕਰਕੇ ਜਾ ਸਕਦਾ ਵਾਂ, ਪਰ ਮੈਂ ਜਜ਼ਬਾਤੀ ਕਰਨ ਨਹੀਂ ਆਇਆ। ਮੈਂ ਇਸ ਪਵਿੱਤਰ ਸਟੇਜ ਤੋਂ ਕੁਝ ਡਿਲੀਵਰ ਕਰਨ ਦੇ ਲਈ ਆਇਆ। ਮੈਂ ਗੱਲਾਂ ਦੇ ਉੱਪਰ ਗੌਰ ਕਰਿਆ ਜੀ। ਉੱਤਮ ਖੇਤੀ ਵਾਲੇ ਪਾਸੇ ਆ ਜਾਓ।
कहो सानू नहीं थोड़ियां खादां चाहीदियां, बड़ा जमीन दे विच जहर पा लिया और असी हुण कणक झोना नहीं लाउणा, असी बीजांगे अपनियां पुरानियां मूल अनाज, असी बीजांगे कोदरा, असी बीजांगे कंगनी, असी बीजांगे स्वांक, असी बीजांगे हरी कंगनी, असी बीजांगे कुटकी, असी बीजांगे मट्टल, असी आ चीज़ां बीजांगे। नाले साडा धरती दा पानी बचेगा, नाले साडियां सेहतां बचणगीਆਂ, नाले बीमारियां तो बचांगे, ते नाले दुनिया नूं दसांगे इस अनाज दे फायदे की ने। असी अपना कंज्यूमर तैयार करांगे, किसानां नूं कहांगे प्रोडक्शन कड्ढो, उधरों अपने प्रोसैसिंग यूनिट लावांगे। सानू सरकारां दी ना FCI दी चिंता, ना सानू किसी चीज़ की चिंता, साडे सारे मसले हल हुंदे ने जे दिमाग दे नाल अगे होके चलांगे। ते बेनती है मेरी, देखो तुहानू कंज्यूमर तैयार करना पैना है, खपतकार जिन्हें खपत करनी है, ते प्रोडक्शन तुहानू कढनी पैनी है, वो तुसी कढोगे, जमीनां तुहाडियां अपनियां। ते फिर जे NRI भरा मैनू एक गल दसो, जे NRI भरा तुहाडा ये सहयोग कर सकते हैं भी तुहानू ट्रैक्टरां दे तेल वास्ते खर्चा भेज सकते हैं, जिन्हों आपां दसवंध कहने आ, सरकारां फंडिंग कहंदियां ने, है ना, की कहंदियां ने, फंडिंग हो रही है, असी दसवंध कहने आ, सहयोग कहने आ। जे मान लो मेरा भरा बाहर है तो मेरे भरा ने मैनू रुपया 10,000 मान लो भेजता भी भरावा तू मोर्चे दे विच जा, तेल दे खर्चे तो डरी, मान लो, तो मेरे भरा ने मेरा सहयोग किया, सरकारां दी नज़र च की आ गया, फंडिंग, ते असी दोवें की हो गए, अंदोलनकारी तो अतवादी। वाह तुहाडे साडे ते जिन्ने मर्जी ला लो, दुनिया नूं पता असी की हाँ, तुहाडे खलासे खो गए, ताही तो तुहानूं सोशल मीडिया बंद करना पै रहा है, क्योंकि तुहाडीआं करतूतां नंगियां खुंदियां सी, ताही तो तुहानूं नैट बंद करना पै रहा है, क्योंकि सरकारां नंगियां हो रही सी। पर एक मैं बेनती तुहानूं करनी चाहुंदा, मैं जे NRI भरा तुहाडा सहयोग कर सकते हैं, जदों वधिया क्वालिटी दे मसाले तैयार करके प्रदेशां दे विच भेजोगे, ते चेते रखिया जे वो अगे क्यों नहीं तुहाडे मसालिਆਂ ਨੂੰ दुनिया तक लेके जाणगे। ਅਸੀਂ ਇਹ ਕੰਮ क्यों नहीं कर सकते? ਅਸੀਂ ਕੀ ਹੁਣ सारी जिंदगी मंडी ਦੇ ਵਿੱਚ ਹੀ ਟਰਾਲੀ ਤਾਰਨੀ है? ਅਸੀਂ अपने लघु उद्योग क्यों नहीं नियत करते पे? किन्नी कु देर तक इत्थे धरने लावांगे, किन्नी कु देर तक सरकारां दे बूहिਆਂ ਦੇ ਉੱਪਰ ਜਾਵਾਂਗੇ? सानू उत्तम खेती वाले पासे आउणा पैना है। सब तो पहला विरोध असी अपने घरां दा, बेनती जे मेरी सुन लो, हुण एक गरीब बंदा मुर्गी दे आंडे भी बेचू ते मुर्गी दीआं बिठां भी बेचू, मैनूं दसो उहनूं फायदा होऊ कि ना होऊ? होऊ, बोलो बई, होऊ। ते जदों अपने खेतां दे विच मैं इह वाली रे, मुर्गियां दी रे, बकरियां दी रे, मੱਝਾਂ दी, गावां दी रे पावांगा, ते मेरी अपनी फसल भी वधिया तैयार होवूगी। बोलो फायदा किहदा हो गया? दोवां दा हो गया। साडा गोहा भी बिकू। जे स्वामी रामदेव मूत बेच सकता है, असी अपना गोहा नहीं यार बेच सकते? खेतों के विच ट्राली नहीं बेची जाती सातों? तुहानूं अपनी तकनीक दे विच फर्क पाउणा पैना, नहीं तो सरकारां इंज ही मारदियां रहणगीਆਂ। कि छोटी जी उदाहरण दे के समाप्ति लगा मैं करन, तुसीं सप ते निओले की लड़ाई वेखी है? सप ते ओ बोल पो, हाँ इंज करके वेखी है ना? हाँ, सप ते निओले की लड़ाई दे विच की हुंदा है? निओला जिहड़ा है ना, वो सप नूं थका दिंदा है, जदों नेड़े जांदा है सप फिर फनकारा मारदा है, वो फिर पासे हो जांदा है, वो फिर नेड़े जांदा, सप फिर मारदा है, आखिरकार सप थक जांदा है, निओला उहदी सिरी फड़ लैंदा है। सीधे शब्दां दे विच कहां, जे सप ने अपनी स्ट्रैटजी ना बदली ना, ते निओले धौणा फड़दे रहणगे। बस तुहानूं भी बेनती करदे हां, जे तुसीं भी समां पा के अपनी स्ट्रैटजी ना बदली, ये सरकारां तुहाडे गेड़े लवाउंदियां रहणगीਆਂ। हुण डिपेंड तुहाडे ते करदा भी तुसीं करना की चाहुंदे हो। ये बेनती है मेरी। मैं तो चिट्टे शब्दां दीयां गल्लां कीतीआं ने, वल पा के गल्लां करनियां नहीं आउंदियां, इधर उधर घुमाउणा नहीं आउंदा, क्योंकि ये स्टेज बड़ी पवित्र है। ये तो किसान भरा जुड़े ने, किरती जुड़े ने, कामे जुड़े ने, बेजमीने जुड़े ने, जमीनां वाले जुड़े ने, मजदूर जुड़े ने, लहू पानी एक करन वाले जुड़े ने। बड़े प्यारे वीर ने जिहड़े स्टेजां साਂਭਦੇ पए ने, बड़े प्यारे इंसान ने जिन्हां ने यह मंच दिता अपनी गल रखण दा। और 2 महीने हो गए ने किसानी मोर्चे नूं चलदिआं। अज पहली बारी किसानी स्टेज तो मैं बोलण लगा वां, पहली बारी नहीं मैं बोलिया किते। बड़ा कुछ अपने अंदर रख के बैठा मैं, भरिया पिया सां, पर किसान भरावो बेनती है मेरी, स्ट्रैटजी समा पा के तुहानूं सानूं चेंज करनी पैनी है। बाबे दे सिद्धांत ते तुरना पैना है। हल वाहुणा, खेती करनी है, पर एक चीज़ मन दे विच रख के करनी है भी खुद मुख्तियारी की गल मैं करांगा। सरकारां नहीं दसणगीਆਂ भी कदों खेतों में की पाउणा, ये मैं खुद डिसाइड करांगा। ये जमीन मेरी अपनी है, ये मैं डिसाइड करांगा भी कदों की बीजना है ते कदों की वढना है।
ਜੇ ਬਾਪੂ ਗੁਰਬਾਣੀ ਦੇ ਵਿੱਚ ਕਹਿੰਦੇ ਨੇ ਜੈਸੇ ਕਿਰਸਾਨ ਬੋਵੈ ਕਿਰਸਾਨੀ, ਭਾਵੇਂ ਗੱਲ ਮੌਤ ਦੀ ਹੈ ਪਰ ਕਿਰਸਾਨ ਦਾ ਨਾਮ ਆ ਰਿਹਾ, ਕਾਚੀ ਪਾਕੀ ਬਾੜ ਪਰਾਣੀ, ਕਹਿੰਦੇ ਜੇ ਮਾਲਕ ਹੈ ਤਾਂ ਉਹਦੀ ਮਰਜ਼ੀ ਕੱਚੀ ਵੱਡੇ ਪੱਕੀ ਵੱਡੇ। ਤੇ ਜੇ ਗੁਰਬਾਣੀ ਕਹਿੰਦੀ ਵੀ ਕਿਸਾਨ ਮਾਲਕ ਹੈ, ਕੱਚੀ ਪੱਕੀ ਜਦੋਂ ਮਰਜ਼ੀ ਵੱਡੇ, ਤੇ ਤੁਹਾਡੇ ਤੇ ਜਿਹੋ ਜਿਹੇ ਕਾਨੂੰਨ ਥੋਪੇ ਜਾ ਰਹੇ ਨੇ, ਤੁਸੀਂ ਤੇ ਜ਼ਮੀਨ ਮੈਂ ਕਹਿੰਦਾ ਵੱਢਣ ਦੀ ਗੱਲ ਕਰਦੇ ਹੋ, ਤੁਸੀਂ ਝਾਕ ਨਹੀਂ ਸਕਦੇ ਜ਼ਮੀਨਾਂ ਵਾਲੇ ਪਾਸੇ। ਤੇ ਫਿਰ ਅੱਜ ਤੁਸੀਂ ਵਿਰੋਧ ਕਰਨ ਦੇ ਲਈ ਆਏ ਹੋ ਇਹਨਾਂ ਕਾਲੇ ਕਾਨੂੰਨਾਂ ਦਾ। ਲੋਕਤੰਤਰਕ ਤਰੀਕੇ ਦੇ ਨਾਲ ਪੀਸਫੁਲੀ ਪ੍ਰੋਟੈਸਟ ਤੁਸੀਂ ਕੀਤਾ ਹੈ, ਇੱਥੇ ਤੁਹਾਡਾ ਸਭਨਾਂ ਦਾ ਧੰਨਵਾਦ ਕਰਦਾ ਮੈਂ। ਤੁਸੀਂ ਆਪਣੀ ਆਵਾਜ਼ ਵਰਲਡ ਦੇ ਵਿੱਚ ਦੇਣ ਦੇ ਵਿੱਚ ਕਾਮਯਾਬ ਹੋ ਗਏ ਹੋ। 84 ਤੋਂ ਬਾਅਦ ਫਸਟ ਟਾਈਮ ਐਡਾ ਵੱਡਾ ਪ੍ਰੋਟੈਸਟ ਪੂਰੇ ਵਰਲਡ ਦੇ ਵਿੱਚ ਹੋਇਆ, ਤੇ ਮੈਨੂੰ ਲੱਗਦਾ ਮੋਦੀ ਬੜਾ ਸ਼ਰਮਸਾਰ ਹੋਵੇਗਾ। ਹੁਣ ਤੁਸੀਂ ਪੁੱਛੋਗੇ ਵੀ ਕਿਵੇਂ, ਕਿਉਂਕਿ ਸਭ ਤੋਂ ਵੱਧ ਵਿਦੇਸ਼ ਦੇ ਗੇੜੇ ਇਹਨੇ ਲਾਏ ਹੈ, ਹਨਾ, ਸਭ ਤੋਂ ਵੱਧ ਗੇੜੇ ਇਹਨੇ ਲਾਏ ਹੈ। ਹੁਣ ਜਦੋਂ ਜਾਊਗਾ ਹਰ ਦੇਸ਼ ਦੀ ਅੰਬੈਸੀ ਦੇ ਬਾਹਰ ਉੱਥੋਂ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ ਆ ਇਹਨਾਂ ਦੇ ਵਿਰੋਧ ਦੇ ਵਿੱਚ, ਤੇ ਮੈਨੂੰ ਲੱਗਦਾ ਸ਼ਰਮਸਾਰ ਹੋਣਾ ਪੈਣਾ। ਸਮਾਂ ਰਹਿੰਦੇ ਸਰਕਾਰਾਂ ਫੈਸਲਾ ਲੈ ਲੈਣ, ਇਹ ਲੋਕ ਨੱਚਦੇ ਹੋਏ ਆਪਣੇ ਘਰਾਂ ਨੂੰ ਜਾਣਗੇ। ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ, ਬਹੁਤ ਬਹੁਤ ਧੰਨਵਾਦੀ ਆ ਤੁਹਾਡਾ। ਤੁਸੀਂ ਲੰਮਾ ਸਮਾਂ ਸੁਣਿਆ, ਧੰਨਵਾਦੀ ਆ ਨਾ ਸਾਰੇ ਸੋਹਣੇ ਸੋਹਣੇ ਵੀਰਾਂ ਦਾ ਜਿਨ੍ਹਾਂ ਨੇ ਸਟੇਜ ਨੂੰ ਮੁਕੰਮਲ ਇੱਕ ਮਰਿਆਦਾ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਧੰਨਵਾਦੀਆਂ ਸਟੇਜ ਤੇ ਬੈਠੀਆਂ ਹੋਈਆਂ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ। ਮੈਂ ਜਦੋਂ ਕਿਸੇ ਨੂੰ ਮਹਾਂਪੁਰਸ਼ ਕਹਿਣਾ ਮੈਂ ਕਹਿੰਦਾ ਪੁਰਸ਼ ਤੇ ਸਾਰੇ ਨੇ, ਜਦੋਂ ਕੋਈ ਮਹਾਨ ਕੰਮ ਕਰਦਾ ਤੇ ਉਹ ਮਹਾਂਪੁਰਸ਼ ਹੁੰਦਾ ਹੈ ਨਾ। ਉਹ ਤੁਹਾਡੇ ਵਿੱਚ ਵੀ ਬੜੀਆਂ ਰੂਹਾਂ ਹੋ ਸਕਦੀਆਂ ਨੇ। ਸਭਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਦੀ ਸਾਂਝ ਕਰਦਾ। ਗੱਜ ਵੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਹੁਣ ਸਟੇਜ ਤੇ ਆਉਂਦਿਆਂ ਸਾਰੇ ਗੱਲ ਕਹਿ ਦਿੱਤੀ ਹੈ ਵੀ ਕਿਸਾਨੀ ਅੰਦੋਲਨ ਨੇ ਤੁਹਾਡੇ ਵਿਜ਼ਨ ਜਿਹੜੇ ਨੇ ਬੜੇ ਕਲੀਅਰ ਕਰ ਦਿੱਤੇ ਨੇ। ਤੁਹਾਡੀ ਅਗਵਾਈ ਕੌਣ ਕਰ ਸਕਦਾ ਹੈ, ਇਹ ਕਿਸਾਨੀ ਅੰਦੋਲਨ ਨੇ ਕਲੀਅਰ ਕਰ ਦਿੱਤਾ। ਤੁਹਾਡਾ ਅਸਲ ਹੀਰੋ ਕੌਣ ਹੈ, ਕਿਸਾਨੀ ਅੰਦੋਲਨ ਨੇ ਕਲੀਅਰ ਕਰ ਦਿੱਤਾ। ਬਚਪਨ ਦੇ ਵਿੱਚ ਆਪਾਂ ਛੋਟੇ ਛੋਟੇ ਹੁੰਦੇ ਸਾਂ ਨਾ, ਤੇ ਫਿਲਮ ਵੇਖਣੀ ਜਦੋਂ 5:45 ਤੇ ਸ਼ਾਮ ਨੂੰ ਆਉਣੀ ਹੁੰਦੀ ਸੀ। ਖਿਆਲ ਕਰਿਆ ਜੇ, ਮੈਂ ਉਦੋਂ ਦੀ ਗੱਲ ਕਰਦਾ ਜਦੋਂ ਇੰਨਾ ਜ਼ਿਆਦਾ ਸਾਡੇ ਕੋਲ ਮੀਡੀਆ ਨਹੀਂ ਸੀ ਹੁੰਦਾ, ਤੇ ਸਾਡੇ ਘਰਾਂ ਦੇ ਵਿੱਚ ਆਮ ਗੱਲ ਚੱਲਦੀ ਸੀ ਲੰਬੂ ਦੀ ਫਿਲਮ। ਤੇ ਜਦੋਂ 84 ਦੀ ਗੱਲ ਹੋਈ ਵੀ ਇਹਦਾ ਕਿਰਦਾਰ ਕੀ ਹੈ, ਸਾਨੂੰ ਪਤਾ ਲੱਗਣ ਲੱਗ ਪਿਆ ਵੀ ਲੰਬੂ ਦਾ ਆਪਣਾ ਕਿਰਦਾਰ ਕੀ ਹੈ, ਸਾਡਾ ਕਦੀ ਹੀਰੋ ਨਹੀਂ ਹੋ ਸਕਦਾ। ਤੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਸਾਂ ਫਲਾਣਾ ਐਕਟਰ ਹੈ, ਇਹ ਫਲਾਣੀ ਫਿਲਮ ਦਾ ਹੀਰੋ ਹੈ, ਜਦੋਂ ਕਿਸਾਨੀ ਅੰਦੋਲਨ ਦੇ ਖਿਲਾਫ ਇਹਨਾਂ ਨੇ ਆਪਣੇ ਟਵੀਟ ਕੀਤੇ ਨੇ, ਇਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ ਨੇ, ਸਰਕਾਰੀ ਹੋਣ ਦੇ ਸਬੂਤ ਦਿੱਤੇ ਨੇ, ਸਰਕਾਰਾਂ ਦੇ ਹੱਕ ਦੇ ਵਿੱਚ ਭੁਗਤੇ ਨੇ, ਔਰ ਸਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਵੀ ਇਹ ਸਾਡੇ ਹੀਰੋ ਕਦੀ ਨਹੀਂ ਹੋ ਸਕਦੇ, ਇਹ ਤਾਂ ਨਕਲੀ ਹੀਰੋ ਨੇ। ਹੁਣ ਕਿਸਾਨੀ ਅੰਦੋਲਨ ਦੇ ਵਿੱਚੋਂ ਸਾਨੂੰ ਕਲੀਅਰ ਹੋ ਗਿਆ ਵੀ ਸਾਡੇ ਹੀਰੋ ਕੌਣ ਨੇ। ਸਾਡੇ ਅਸਲ ਦੇ ਵਿੱਚ ਉਹੀ ਹੀਰੋ ਨੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਆ ਬਾਬਾ ਬਘੇਲ ਸਿੰਘ। ਸਾਡੇ ਉਹ ਅਸਲ ਦੇ ਅੰਦਰ ਹੀਰੋ ਨੇ ਜਿਨੇ ਜ਼ਮੀਨਾਂ ਦੇ ਸਾਨੂੰ ਮਾਲਕ ਬਣਾਇਆ, ਬਾਬਾ ਬੰਦਾ ਸਿੰਘ ਬਹਾਦਰ। ਸਾਡੇ ਉਹ ਹੀਰੋ ਨੇ ਜਿਨ੍ਹਾਂ ਦਾ ਨਾਮ ਲੈ ਕੇ ਅਸੀਂ ਠੰਡੇ ਬੁਰਜ ਦੀਆਂ ਉਦਾਹਰਨਾਂ ਦੇ ਕੇ ਤੇ ਠੰਡੀਆਂ ਰਾਤਾਂ ਸੜਕਾਂ ਦੇ ਉੱਪਰ ਕੱਟੀਆਂ ਨੇ। ਅਸਲ ਦੇ ਅੰਦਰ ਉਹ ਸਾਡੇ ਹੀਰੋ ਨੇ। ਕਿਸਾਨੀ ਅੰਦੋਲਨ ਨੇ ਸਾਡੇ ਵਿਜ਼ਨ ਕਲੀਅਰ ਕਰ ਦਿੱਤੇ। ਇੱਥੇ ਮੈਂ ਛੋਟੀ ਜਿਹੀ ਇੱਕ ਬੇਨਤੀ ਹੋਰ ਕਰਦੇ ਹਾਂ, ਕਰਦੇ ਹਾਂ। ਜਦੋਂ ਅਸੀਂ ਦੇਖਿਆ ਨਾ ਪਿਛਲਾ ਮਹੀਨਾ ਆਪਾਂ ਸੜਕਾਂ ਦੇ ਉੱਤੇ ਕੱਟਿਆ ਤੇ ਸਾਡੇ ਬਜ਼ੁਰਗ ਹਾਰਟ ਅਟੈਕ ਦਾ ਸ਼ਿਕਾਰ ਹੋਏ, ਠੰਡੀਆਂ ਰਾਤਾਂ ਸੜਕਾਂ ਤੇ ਕਿਵੇਂ ਕੱਟੀ ਦੀਆਂ ਨੇ, ਤੇ ਮੈਂ ਆਪਣੇ ਮਨ ਦੇ ਵਿੱਚ ਇੱਕ ਦਿਨ ਸੋਚਦਾ ਪਿਆ ਸਾਂ, ਖੜਾ ਖੜੋਤਾ। ਮੈਂ ਕਿਹਾ ਮਨਾ, ਵੱਖਰੀ ਗੱਲ ਹੈ ਅਸੀਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੇ ਵਾਰਸਾਂ, ਠੰਡੇ ਬੁਰਜ ਦੇ ਵਿੱਚ ਰਾਤਾਂ ਕੱਟਣ ਵਾਲੇ ਆ। ਅਸੀਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਪਰ ਸਰਕਾਰ ਇੱਕ ਚੀਜ਼ ਦਾ ਚੇਤਾ ਰੱਖੀ, ਹੈਕਰਕਾਰ ਹੈ ਤੇ ਸਾਡਾ ਵੀ ਮਨੁੱਖੀ ਸਰੀਰ ਨਾ, ਸਾਨੂੰ ਵੀ ਠੰਡ ਲੱਗਦੀ ਹੈ, ਸਾਨੂੰ ਵੀ ਕੜਕਦੀਆਂ ਧੁੱਪਾਂ ਜਦੋਂ ਪਿੰਡੇ ਦੇ ਉੱਤੇ ਆਉਂਦੀਆਂ ਨੇ ਤੇ ਖੇਤਾਂ ਦੇ ਵਿੱਚ ਸਾਡੇ ਵੀ ਚੰਮ ਸੜਦੇ ਨੇ। ਹਕੀਕਤ ਅਸਲ ਦੇ ਅੰਦਰ ਇਹ ਹੈ, ਮਨੁੱਖੀ ਸਰੀਰ ਹੋਣ ਕਰਕੇ ਸਾਨੂੰ ਠੰਡ ਵੀ ਲੱਗਦੀ ਹੈ, ਸਾਨੂੰ ਗਰਮੀ ਵੀ ਲੱਗਦੀ ਹੈ, ਸਾਨੂੰ ਭੁੱਖ ਵੀ ਲੱਗਦੀ ਹੈ। ਵੱਖਰੀ ਗੱਲ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰਦੇ। ਜਦੋਂ ਠੰਡ ਹੁੰਦੀ ਹੈ, ਠੰਡ ਲੱਗਦੀ ਹੈ, ਅਸੀਂ ਆਪਣਾ ਧਿਆਨ ਠੰਡੇ ਬੁਰਜ ਵਾਲੇ ਪਾਸੇ ਲੈ ਜਾਂਦੇ ਹਾਂ। ਜਦੋਂ ਸਾਨੂੰ ਗਰਮੀ ਲੱਗਦੀ ਹੈ, ਅਸੀਂ ਆਪਣਾ ਧਿਆਨ ਤੱਤੀਆਂ ਤਵੀਆਂ ਵਾਲੇ ਪਾਸੇ ਲੈ ਜਾਂਦੇ ਹਾਂ। ਵੱਖਰੀ ਗੱਲ ਹੈ ਵੀ ਆਪਣੇ ਧਿਆਨ ਨੂੰ ਡਾਈਵਰਟ ਕਰਕੇ ਅਸੀਂ ਉਸ ਪਰਿਸਥਿਤੀ ਦਾ ਮੁਕਾਬਲਾ ਕਰਦੇ ਹਾਂ। ਪਰ ਸੱਚ ਕਰਕੇ ਜਾਣਿਆ ਜੇ ਸਾਨੂੰ ਗਰਮੀ ਤੇ ਲੱਗਦੀ ਹੈ ਨਾ ਜੀ, ਸਾਨੂੰ ਠੰਡ ਤੇ ਲੱਗਦੀ ਹੈ ਨਾ, ਸਾਨੂੰ ਵੀ ਭੁੱਖ ਲੱਗਦੀ ਹੈ। ਅਸੀਂ ਇਸ ਦੇਸ਼ ਦੇ ਬਸ਼ਿੰਦੇ ਹਾਂ, ਅਸੀਂ ਵੀ ਕੁਰਬਾਨੀਆਂ ਕੀਤੀਆਂ ਨੇ। ਦਿੱਲੀ ਦੀ ਰਾਜਧਾਨੀ ਦੇ ਵਿੱਚ ਬੈਠੇ ਹੋਏ ਹਾਂ ਕਿ ਲੋਕਤੰਤਰ ਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਲੱਗਦਾ ਪਿਆ ਕਿ ਲੋਕ ਸੜਕਾਂ ਦੇ ਉੱਪਰ ਆਏ ਹੋਏ ਨੇ। ਲੋਕਤੰਤਰ ਕਿਸ ਨੂੰ ਕਿਹਾ ਜਾਂਦਾ? ਲੋਕ ਰਾਜ।
ਇੱਕ ਮੈਂ ਛੋਟੀ ਜੀ ਗੱਲ ਕਵਾਂ, ਜਦੋਂ ਰਾਜਤੰਤਰ ਹੁੰਦਾ ਸੀ ਨਾ, ਗੱਲਾਂ ਮੇਰੀਆਂ ਮੜੀਆਂ ਜੇ ਸਮਝਿਆ ਜੇ, ਅੱਜ ਆਪਾਂ 5 ਮਿੰਟ ਲਾਉਣੇ ਨੇ, ਉਪਰੰਤ ਆਪਾਂ ਸਮਾਪਤੀ ਕਰ ਦਿਆਂਗੇ। ਜਦੋਂ ਰਾਜਤੰਤਰ ਸੀ ਨਾ, ਲੋਕ ਕਹਿੰਦੇ ਹੁੰਦੇ ਸੀ ਵੀ ਰਾਜਤੰਤਰ ਦੇ ਵਿੱਚ ਜਿਹੜਾ ਵਕਤ ਦਾ ਹਾਕਮ ਹੈ ਨਾ, ਇਹ ਮਾਂ ਦੇ ਪੇਟੋਂ ਜੰਮਦਾ ਹੈ। ਲੋਕ ਕਹਿੰਦੇ ਹੁੰਦੇ ਸੀ ਨਾ ਵੀ ਮਾਂ ਦੇ ਪੇਟੋਂ ਜੰਮਦਾ ਹੈ, ਵੀ ਰਾਣੀ ਦੇ ਪੇਟੋਂ ਜਿਹੜਾ ਜਨਮ ਲੈ ਗਿਆ ਉਹ ਰਾਜਾ ਹੋ ਗਿਆ। ਲੋਕ ਕਹਿੰਦੇ ਸੀ ਇਹ ਸਥਿਤੀ ਬਦਲਣੀ ਚਾਹੀਦੀ ਹੈ, ਵੀ ਰਾਜਾ ਤੇ ਫਿਰ ਰਾਣੀ ਦੇ ਪੇਟੋਂ ਹੀ ਜਨਮ ਲਵੇਗਾ। ਲੋਕ ਕਹਿੰਦੇ ਲੋਕਤੰਤਰ ਆ ਗਿਆ। ਕਹਿੰਦੇ ਕੀ ਹੋ ਗਿਆ? ਕਹਿੰਦੇ ਹੁਣ ਰਾਜਾ ਮਾਂ ਦੇ ਪੇਟੋਂ ਜਨਮ ਨਹੀਂ ਲਵੇਗਾ, ਉਹ ਵੋਟਾਂ ਵਾਲੀ ਪੇਟੀ ਦੇ ਵਿੱਚੋਂ ਜਨਮ ਲਵੇਗਾ। ਲੋਕ ਚੁਣਨਗੇ ਸਾਡਾ ਹਾਕਮ ਕੌਣ ਹੈ, ਰਾਜਾ ਕੌਣ ਹੈ। ਇਸੇ ਪ੍ਰਕਾਰ ਹੋਇਆ। ਪਰ ਮੈਂ ਤੁਹਾਡੇ ਲੋਕਤੰਤਰ ਤੋਂ ਵੀ ਸੰਤੁਸ਼ਟ ਨਹੀਂ ਹੁੰਦਾ। ਮੈਨੂੰ ਮਾਫ ਕਰ ਦਿਆ ਜੇ, ਇਹ ਗੱਲਾਂ ਮੇਰੀਆਂ ਕਈਆਂ ਨੂੰ ਚੁੱਭ ਸਕਦੀਆਂ ਨੇ। ਮੈਂ ਸੰਤੁਸ਼ਟ ਨਹੀਂ ਹੁੰਦਾ। ਹੁਣ ਤੁਸੀਂ ਪੁੱਛੋਗੇ ਵੀ ਤੇਰੀ ਸੰਤੁਸ਼ਟੀ ਕਿੱਥੇ ਹੁੰਦੀ ਹੈ? ਮੈਨੂੰ ਲੱਗਿਆ ਵੀ ਲੋਕਤੰਤਰ 49 ਤੇ 51 ਦੀ ਲੜਾਈ ਹੈ। ਕਾਦੀ? 49 ਤੇ 51 ਦੀ ਲੜਾਈ ਹੈ। ਜੇ 51 51 ਇੱਕ ਪਾਸੇ ਹੋ ਗਏ, 49 49 ਦੇ ਉੱਤੇ ਰਾਜ ਕਰਨਗੇ, ਤੇ ਮੈਨੂੰ ਇੱਕ ਗੱਲ ਦੱਸੋ, ਜੇ 51 ਖੋਤੇ ਇੱਕ ਪਾਸੇ ਹੋ ਗਏ ਤਾਂ 49 ਘੋੜਿਆਂ ਤੇ ਵੀ ਤਾਂ ਰਾਜ ਹੋ ਸਕਦਾ ਹੈ ਨਾ? ਬੋਲੋ ਬਈ। ਜੇ 51 ਠੱਗ, ਸ਼ਰਾਬ ਪੀਣੇ, ਦਲਿਦਰੀ, ਲੋਕਾਂ ਦਾ ਲਹੂ ਪੀਣੇ ਇੱਕ ਪਾਸੇ ਹੋ ਗਏ, ਤੇ 49 ਭਲੇ ਮਾਨਸਾਂ ਤੇ ਰਾਜ ਹੋ ਸਕਦਾ ਨਾ? ਇਹ ਫਿਰ ਤੁਹਾਡਾ ਲੋਕਤੰਤਰ ਕੀ ਹੈ? ਜਦੋਂ ਮੈਂ ਗੁਰੂ ਨਾਨਕ ਦੇ ਘਰ ਨੂੰ ਵੇਖਿਆ ਤੇ ਮੈਂ ਮਹਿਸੂਸ ਕੀਤਾ, ਮੈਂ ਕਿਹਾ ਗੁਰੂ ਨਾਨਕ ਨਾ ਰਾਜਤੰਤਰ ਦੀ ਗੱਲ ਕਰਦੇ ਐ, ਨਾ ਗੁਰੂ ਨਾਨਕ ਲੋਕਤੰਤਰ ਦੀ ਗੱਲ ਕਰਦੇ ਐ। ਇਸ ਤੋਂ ਵੀ ਅੱਗੇ ਗੁਰੂ ਨਾਨਕ ਗੁਣਤੰਤਰ ਦੀ ਗੱਲ ਕਰਦੇ ਐ। ਗੁਰੂ ਨਾਨਕ ਕਹਿੰਦੇ ਨਹੀਂ, ਜੇ ਆਗੂ ਚੁਣਨਾ ਤਾਂ ਤੁਹਾਡੀ ਸਿਲੈਕਸ਼ਨ ਹੋਣੀ ਚਾਹੀਦੀ ਹੈ, ਵੀ ਤੁਹਾਡਾ ਆਗੂ ਕੈਸਾ ਹੋਵੇ। ਅੱਜ ਮੈਂ ਦੁਨੀਆ ਨੂੰ ਸਿਰਫ ਇੱਕੋ ਬੇਨਤੀ ਕਰਨੀ ਚਾਹੁੰਦਾ, ਮੈਂ ਮੰਨਿਆ ਗੁਣਤੰਤਰ ਲੋਕਾਂ ਨੇ ਨਹੀਂ ਅਪਣਾਇਆ, ਅਸੀਂ ਲੋਕਤੰਤਰ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਹਾਂ, ਅਸੀਂ ਵੋਟਾਂ ਪਾ ਦਿੰਦੇ ਹਾਂ। ਪਰ ਚੇਤੇ ਰੱਖਿਆ ਜੇ ਜਿਹੜਾ ਬਣਦਾ ਉਹਦੇ ਤੇ ਫਰਜ਼ ਬਣਦੇ ਨੇ ਨਾ, ਵੀ ਇਹਨਾਂ ਲੋਕਾਂ ਦੀ ਇੱਕ ਇੱਕ ਵੋਟ ਦੇ ਨਾਲ ਮੈਂ ਬਣਿਆ ਵਾਂ। ਇਹ ਲੋਕ ਜਿਹੜੇ ਨੇ, ਇਹ ਖੇਤਾਂ ਦੇ ਵਿੱਚ ਆਪਣਾ ਚੰਮ ਸਾੜਦੇ ਨੇ, ਇਹ ਠੰਡੇ ਪਾਣੀ ਦੀਆਂ ਸਿਆਲ ਦੇ ਵਿੱਚ ਵਾਰੀਆਂ ਲਾਉਂਦੇ ਨੇ, ਇਹਨਾਂ ਦੇ ਪੈਰ ਸੁੰਨ ਹੋ ਜਾਂਦੇ ਨੇ, ਤੇ ਇਹਨਾਂ ਵਰਗਾ ਤਪਸਵੀ ਕੌਣ ਹੋ ਸਕਦਾ? ਹੁਣ ਤੁਹਾਡੇ ਮਨ 'ਚ ਖਿਆਲ ਆਵੇਗਾ ਵੀ ਉਹ ਕਿਵੇਂ। ਤੁਸੀਂ ਨਾ ਕਾਹਨ ਸਿੰਘ ਨਾਭਾ ਦਾ ਗੁਰਮਤਿ ਮਾਰਤੰਡ ਪੜ੍ਹਿਆ ਜੇ, ਇੱਕ ਵਾਰੀ ਫਿਰ ਨਾਮ ਲੈ ਦਿਓ। ਕੀ ਨਾਮ ਲਿਆ ਮੈਂ? ਗੁਰਮਤਿ। ਮੈਂ ਤਾਂ ਪੁੱਛਦਾ, ਮੈਂ ਕਿਹਾ ਵੀ ਸੁਣਦੇ ਹੋ ਕਿਤੇ ਕੱਲਾ ਤੇ ਨਹੀਂ ਬੋਲੀ ਜਾਂਦਾ? ਹਾਂ, ਕੀ ਸੁਣਦੇ ਹੋ ਜੀ? ਗੁਰਮਤਿ ਮਾਰਤੰਡ। ਜਦੋਂ ਮੈਂ ਪੜ੍ਹਿਆ, ਕਾਹਨ ਸਿੰਘ ਨਾਭਾ ਨੇ ਬੜੀ ਸੋਹਣੀ ਉਹਦੇ ਵਿੱਚ ਇੱਕ ਉਦਾਹਰਨ ਦਿੱਤੀ, ਤੁਹਾਡੇ ਕਿਸਾਨਾਂ ਤੇ ਢੁੱਕਦੀ ਹੈ, ਕਿਉਂਕਿ ਆਈ ਐਮ ਪ੍ਰੀਚਰ, ਮੈਂ ਪ੍ਰਚਾਰਕ ਵੀ ਹਾਂ, ਤੇ ਉਹਦੇ ਵਿੱਚ ਮੈਂ ਐਗਜ਼ਾਮਪਲਸ ਦੇਣਾ ਆਪਣਾ ਫਰਜ਼ ਸਮਝਦਾ ਮੈਂ। ਕਾਹਨ ਸਿੰਘ ਨਾਭਾ ਨੇ ਗੁਰਮਤਿ ਮਾਰਤੰਡ ਦੇ ਵਿੱਚ ਲਿਖਿਆ, ਕਹਿੰਦਾ ਜੇ ਦੁਨੀਆ ਤੇ ਕੋਈ ਸਾਧੂ ਵੇਖਣਾ ਹੋਵੇ ਨਾ, ਤੇ ਕਹਿੰਦਾ ਕਿਸਾਨ ਤੋਂ ਵੱਡਾ ਕੋਈ ਸਾਧੂ ਨਹੀਂ ਹੋ ਸਕਦਾ। ਪੁੱਛਿਆ ਵੀ ਉਹ ਕਿਵੇਂ? ਪੁੱਛਿਆ ਵੀ ਕਾਹਨ ਸਿੰਘ ਨਾਭਾ ਉਹ ਕਿਵੇਂ? ਕਹਿੰਦਾ ਵੀ ਆਮ ਕਰਕੇ ਕੋਈ ਕਹਿ ਦਿੰਦਾ ਵੀ ਫਲਾਣਾ ਬਾਬਾ ਧੂਣੀ ਲਾ ਕੇ ਬੈਠਾ। ਆਮ ਕਰਕੇ ਹੈ ਨਾ, ਬਾਬਿਆਂ ਦੇ ਵਿੱਚ ਵੀ ਬੜੀ ਵੈਰਾਈਟੀ ਹੈ। ਫਲਾਣਾ ਬਾਬਾ ਧੂਣੀ ਲਾ ਕੇ ਬੈਠਾ। ਹੁਣ ਸਾਰੇ ਬਾਬਾ ਰਾਜਾ ਰਾਮ ਸਿੰਘ ਵਰਗੇ ਥੋੜਾ ਹੁੰਦੇ ਨੇ ਜਿਹੜੇ ਡਾਂਗ ਚੁੱਕ ਕੇ ਕਿਰਪਾਨ ਲੈ ਕੇ ਮੁਕਾਬਲਾ ਕਰਨ ਲੱਗ ਪੈਂਦੇ ਨੇ, ਹੈਨਾ। ਬਹੁਤੇ ਤੇ ਲਗਜ਼ਰੀ ਕਾਰ ਦੇ ਸ਼ੌਕੀਨ ਵੀ ਹੁੰਦੇ ਨੇ। ਚਲੋ ਖੈਰ, ਇਹ ਗੱਲਾਂ ਆਪਾਂ ਫਿਰ ਕਰਾਂਗੇ। ਉਹ ਕੀ ਲਿਖਦੇ? ਕਹਿੰਦੇ ਵੀ ਇੱਕ ਹੁੰਦਾ ਸਾਧੂ ਜਿਹੜਾ ਕੀ ਕਰਦਾ, ਕਹਿੰਦੇ ਜੀ ਧੂਣੀ ਲਾ ਕੇ ਬਾਬਾ ਬੈਠਾ। ਹੁਣ ਜਿਹੜਾ ਧੂਣੀ ਵਾਲੇ ਬਾਬੇ ਦਾ ਚੇਲਾ ਹੋਇਆ, ਗੁੱਸਾ ਨਾ ਕਰਿਆ ਜੇ, ਮੇਰੀ ਗੱਲ ਸੁਣਿਆ ਜੇ ਵੀ ਕਿਸ ਸੰਦਰਭ ਦੇ ਵਿੱਚ ਮੈਂ ਗੱਲ ਕੀਤੀ ਹੈ। ਉਹ ਕਹਿੰਦੇ ਵੀ ਇਹਦੀ ਮਹਾਨਤਾ ਕੀ ਹੈ? ਕਹਿੰਦਾ ਜੀ ਵੇਖੋ, ਗਰਮੀ ਦੇ ਦਿਨ ਨੇ ਤੇ ਬਾਬਾ ਜੀ ਧੂਣੀ ਲਾ ਕੇ ਬੈਠੇ ਨੇ, ਆਪਣਾ ਚੰਮ ਸਾੜਦੇ ਨੇ। ਕਾਹਨ ਸਿੰਘ ਨਾਭਾ ਕਹਿੰਦਾ ਵੀ ਇਹਦੇ ਚੰਮ ਸਾੜਨ ਦਾ ਲੋਕਾਂ ਨੂੰ ਕੀ ਫਾਇਦਾ ਹੋਇਆ? ਵੀ ਜੇ ਬਾਬਾ ਚੰਮ ਸਾੜਦਾ ਹੈ ਤੇ ਬਾਬੇ ਨੇ ਧੂਣੀ ਲਾਈ ਹੈ, ਗਰਮੀ ਦੇ ਵਿੱਚ ਚੰਮ ਸਾੜਿਆ, ਤੇ ਕਹਿੰਦਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੋਇਆ? ਪੁੱਛਿਆ ਫਿਰ ਫਾਇਦਾ ਕਿਹਨੂੰ ਹੋਇਆ? ਕਹਿੰਦਾ ਜੇ ਕਿਸਾਨ ਨੇ ਖੇਤਾਂ ਦੇ ਵਿੱਚ ਚੰਮ ਸਾੜਿਆ, ਕਹਿੰਦਾ ਫਸਲ ਪੈਦਾ ਕੀਤੀ, ਕਹਿੰਦਾ ਫਸਲ ਪੈਦਾ ਕੀਤੀ, ਆਪਣਾ ਵੀ ਢਿੱਡ ਭਰਿਆ, ਟੱਬਰ ਦਾ ਵੀ ਢਿੱਡ ਭਰਿਆ, ਤੇ ਅੱਗੇ ਜਾ ਕੇ ਉਹਨੇ ਲੋਕਾਂ ਦਾ ਵੀ ਢਿੱਡ ਭਰਿਆ। ਕਹਿੰਦਾ ਹੁਣ ਤੁਸੀਂ ਦੱਸੋ ਸੰਤ ਕੌਣ ਹੈ? ਕਾਹਨ ਸਿੰਘ ਨਾਭਾ ਕਹਿੰਦਾ ਪੈਮਾਨੇ ਤੇ ਬਣਾਓ ਨਾ, ਵੀ ਸੰਤ ਕੌਣ ਹੈ। ਮੈਂ ਆਪਣੇ ਬਾਪੂ ਨੂੰ ਖੇਤਾਂ ਦੇ ਵਿੱਚ ਕੰਮ ਕਰਦੇ ਵੇਖਿਆ। ਛੋਟੇ ਹੁੰਦੇ ਮੈਂ ਵੀ ਖੇਤਾਂ ਦੇ ਵਿੱਚ ਕੰਮ ਕੀਤਾ। ਮੇਰਾ ਜਨਮ ਜ਼ਿਲ੍ਹਾ ਕੁਰੂਕਸ਼ੇਤਰ ਦੇ ਪਿੰਡ ਮੰਡੀ ਦਾ, ਤੇ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਉਦਾਹਰਨ ਦੇਣਾ ਵਾ। ਮੈਂ ਆਪਣੇ ਬਾਪੂ ਨੂੰ ਖੇਤਾਂ ਵਿੱਚ ਕੰਮ ਕਰਦੇ ਵੇਖਿਆ। ਜਦੋਂ ਆ ਕੇ ਪਸੀਨੇ ਦੇ ਨਾਲ ਭਿੱਜੇ ਨੇ ਆਪਣੀ ਬਨੈਣ ਲਾਉਣੀ ਨਾ, ਤੇ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਸਾਨੂੰ ਪਤਾ ਨਹੀਂ ਸੀ ਹੁੰਦਾ, ਸੀ ਹੱਸਣਾ। ਉਹ ਪਿੰਡਾ ਜਿੱਥੋਂ ਬਨੈਣ ਲਾਈ ਜਾਂਦੀ ਹੈ ਨਾ, ਤੁਸੀਂ ਵੇਖੋ ਵੀ ਸਾਰਾ ਪਿੰਡਾ ਕਾਲਾ ਹੋ ਜਾਂਦਾ, ਮੱਚ ਜਾਂਦਾ, ਤੇ ਜਿੱਥੇ ਬਨੈਣ ਪਾਈ ਹੁੰਦੀ ਓਨਾ ਗੋਰਾ ਰਹਿ ਜਾਂਦਾ। ਬਨੈਣ ਛਪ ਜਾਂਦੀ ਹੈ ਨਾ ਜੀ। ਬੋਲੋ ਵੀ ਸੱਚ ਹੈ ਕਿ ਝੂਠ ਹੈ? ਹੁਣ ਖੇਤਾਂ ਦੇ ਵਿੱਚ ਜਿਹਨੇ ਆਪਣਾ ਚੰਮ ਸਾੜਿਆ, ਅੰਨ ਪੈਦਾ ਕੀਤਾ, ਮੈਨੂੰ ਦੱਸੋ ਵੀ ਇਹਦੇ ਵਿੱਚ 2 ਨੰਬਰ ਦੀ ਕਮਾਈ ਕਿਹੜੀ ਹੈ ਜੀ? ਉਹਨੇ ਚੰਮ ਸਾੜਿਆ, ਉਹਨੇ ਅੰਨ ਪੈਦਾ ਕੀਤਾ, ਫਿਰ ਉਹਦੇ ਅੰਨ ਦੀ ਇੰਸ਼ੋਰੈਂਸ ਵੀ ਕੋਈ ਨਹੀਂ। ਜੇ ਬੱਦਲ ਆਉਂਦੇ ਨੇ ਉਹਦਾ ਅੰਦਰ ਹੌਕੇ ਲੈਂਦਾ। ਬੋਲੋ ਬਈ, ਮੇਰੇ ਵਰਗਾ ਤੇ ਕਹਿ ਦਿੰਦਾ ਮੌਸਮ ਵੇਖੋ ਕਿੱਡਾ ਵਧੀਆ ਹੋ ਗਿਆ, ਬੱਦਲ ਆ ਗਏ,
पर जिहड़ा किसान जिन्हें खेती पैदा की है चेते रखिया जे ओदा अंदर हौका लैंदा है, कहंदा रब्बा जे 4 छिट्टां पै गईयां ना ते चेते रखी सच्चे पातशाह मेरे तो 5 साल नहीं उठिया जाना, मैं ब्याजां लाउंदा मर जावांगा। बोलो भी सच है कि झूठ है? ये गल्लां दा जवाब दिया जे अज दसो भी संत दे पैमाना तुसी की मनदे हो? हकीकत है कान सिंह नाभा कहंदा भी असली संत ते ओ है, कहंदा ओ थोड़ा संत है जिहड़ा धूनी ला के बैठा, कहंदा तेरी धूनी दा लोकां नूं की फायदा होया? कहंदा असल दे विच संत ओ है जिन्हें अपना पिंडा धुप्पां दे विच साड़िया, अन्न पैदा कीता, अन्न पैदा करके अपना भी ढिड भरिया ते अगे जाके उन्हें लोकां दा भी ढिड भरिया ते चिड़ियां भी चोके खा गईयां। बोलो भी चिड़ियां भी चोके खा गईयां, उन्हां भी ढिड भरिया। जे मंडी दे विच लैके गया ते मंडी दे विच भी जिहड़ा साडा मजदूर भरा सी ਉਹ किसान ਨੂੰ ਕਹਿੰਦਾ ਤੈਨੂੰ ਰੱਬ ਨੇ ਬੜੀਆਂ ਬੋਰੀਆਂ ਦੇਤੀਆਂ, ਹੁਣ ਜਿਹੜਾ ਹੇਠਾਂ 4 ਦਾਣੇ ਇਕੱਠੇ ਹੋ ਗਏ ਨਾ ਇੱਥੇ ਝਾੜੂ ਮੈਨੂੰ ਵੀ ਲਾ ਲੈਣ ਦੇ, ਕਹਿੰਦਾ ਚੱਲ ਪੀਪਾ ਤੂੰ ਵੀ ਲੈ ਜਾ। ਬੋਲੋ ਵੀ ਸੱਚ ਹੈ ਕਿ ਨਹੀਂ ਸੱਚ? ਔਰ ਜੇ ਕਿਤੇ ਫਸਲ ਪੈਦਾ ਹੋ ਜਾਂਦੀ ਹੈ, ਮੈਂ ਕਿਸੇ ਬਾਬੇ ਦਾ ਅੱਜ ਵਿਰੋਧੀ ਨਹੀਂ, ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਉਹਨਾਂ ਨੂੰ ਗਰਾਈ ਦੇ ਵੀ ਦਿਆ ਕਰਿਆ ਜੇ। ਸਾਡੀ ਭਾਵੇਂ ਫਸਲ ਤਬਾਹ ਹੋ ਜਾਏ, ਬਾਬਿਆਂ ਦੀਆਂ 5 ਬੋਰੀਆਂ ਫੇਰ ਹਰੀਆਂ ਹੁੰਦੀਆਂ। ਬੋਲੋ ਵੀ ਹੈ ਨਾ, ਉਹ ਵੀ ਕਹਿ ਦਿੰਦੇ ਨੇ, ਕਹਿੰਦੇ ਮਿੱਤਰਾ 5 ਤੇਰੀਆਂ। हाँ अज फिर मैं बेनती लगा करन, मैं उस बाबे का विरोधी नहीं जिन्हें अज तुहाडे विच आके तुहाडे नाल मोढा जोड़िया, मैं उस बाबे का विरोधी नहीं जिन्हें आके तुहानूं कह दिता भी लंगर मैं लावांगा, प्रवाह ना करिया जे। ते कान सिंह नाभा दूजी उदाहरण दिंदा है, कहंदा फिर एक होर वैरायटी हुंदी है साथ दी। कहंदा पुछिया भी किहड़ी? कहंदा भी जिन्हें रब नूं नहीं पाया खुंदा पर पानी दे विच एक लत्त दे भार खलो जांदा है ते लोग कहंदे साडे वाले ते बाबा जी बड़े महान ने। पुछिया भी की हो गया? कहंदा ठंड दे दिन ने ते साडा बाबा पानी दे विच एक लत्त दे भार खलो गया। कान सिंह नाभा कहंदा इहदे विच लोकां दा की फायदा होया? तेरा बाबा पानी दे विच खलोता, उत्थे ते बगला भी जाके खलो जांदा। बोलो भी बगला भी खलोंदा ते पर तेरे वाला बाबा खलो गया, सानू की फायदा होया? पुछिया पर संत कौन है? कहंदा जिहड़ा नहरी पानी दियां सियाल दे विच वारियां लाउंदा है ते खाले खाल तुरिया हुंदा है, कहंदा सप्पां दियां सिरियां मिद्धदा है, पैर सुन्न हो जांदे ने, ਵੱਢਿਆ भी जावे पैर ते पता नहीं लगता। नियाणा कहंदा बापू पैर चों लहू वगदा पिया, कहंदा मैनू नहीं पता लगा पैर सुन्न होया सी ना, अच्छा लहू वगदा पिया, ਇਹਦਾ मतलब पैर दे विच कुछ ਵੱਜ ਗਿਆ होना। बोलो सच है कि झूठ है? बई हकीकत है ना, ये गल्लां मोदी सरकार नूं की गल पता नहीं लगदियां, ये इन्हां दी जिहड़ी मिनिस्ट्री उन्हां नूं पता नहीं लगदियां भी ये किहड़े लोक ने, ये मिट्टी नाल मिट्टी होण वाले ने। ये पानी दे विच सियाल दे दिनां दे अंदर नहरी पानी दीयां वारीआं लाउंदे ने, धुप्पां दे विच अपना चम साड़दे ने ते दुनिया दे उपर किसी भी कंपनी नूं अपना प्रोडक्ट बेचण दे लई सड़कां दे उपर नहीं आउणा पैंदा। एक कल्ला किसान है जिहड़ा फसल पैदा करदा है ते बेचण दे लई इहनूं कदी सड़क रोकनी पैंदी है ते कदी इहनूं रेल रोकनी पैंदी है। इत्थे बड़े बड़े कॉरपोरेट घराणिਆਂ दा ਲੱਖਾਂ ਕਰੋੜਾਂ ਦਾ ਕਰਜ਼ਾ माफ हो जाता है, पर किसान ਦੀਆਂ 2 किस्तां टुट जाण ते चेते रखे जे डिफाल्टर शो करके बैंक दे बाहर फोटोआं लग जांदियां ने। इहनूं मरण ते मजबूर कौन करदा? अज दस्सिआ जे ये गल्लां बई शौक नाल कोई नहीं मरदा, ਚਾਹ ਨਾਲ ਕੋਈ ਨਹੀਂ ਜੇ ਮਰਦਾ। ਜਦੋਂ ਤੁਸੀਂ ਕਿਸੇ ਬੰਦੇ ਦਾ ਜੀਵਨ ਖਤਮ ਕਰ ਦਿੰਦੇ ਹੋ, ਉਹਦੀਆਂ ਫੋਟੋਆਂ ਲਾ ਦਿੰਦੇ ਹੋ, ਆਖਰਕਾਰ ਉਹਨੂੰ ਮਰਨ ਤੇ ਮਜਬੂਰ ਹੋਣਾ ਪੈਂਦਾ ਹੈ। ਸਰਕਾਰਾਂ ਹੀ ਇਹਨਾਂ ਚੀਜ਼ਾਂ ਤੇ ਸਾਨੂੰ ਮਜਬੂਰ ਕਰ ਦਿੰਦੀਆਂ ਨੇ। ਅੰਦਾਜ਼ਾ ਲਾ ਕੇ ਵੇਖਿਆ ਜੇ ਮਿੱਤਰੋ, ਅੱਜ ਮੈਂ ਤਾਂ ਬੇਨਤੀਆਂ ਕਰਦਾ ਵਾਂ ਕਿ ਦੇਸ਼ ਦਾ ਅੰਨ ਪੈਦਾ ਕਰਨ ਵਾਲਾ, ਮਿੱਟੀ ਨਾਲ ਮਿੱਟੀ ਹੋਣ ਵਾਲਾ, ਧੁੱਪਾਂ ਦੇ ਵਿੱਚ ਆਪਣੇ ਚੰਮ ਸਾੜਨ ਵਾਲਾ ਜੇ ਦਿੱਲੀ ਦੀ ਰਾਜਧਾਨੀ ਦੇ ਵਿੱਚ ਆਇਆ ਤੇ ਫਰਜ਼ ਬਣਦਾ ਸੀ ਇਸ ਵੇਲੇ ਦੀ ਕੈਬਨਿਟ ਦਾ, ਜਿਉਂ ਆਇਆ ਆਖਦੇ ਵੀ ਤੁਹਾਡੀਆਂ ਮੰਗਾਂ ਕੀ ਨੇ। ਅਸੀਂ ਚਾਹ ਦੇ ਨਾਲ ਸੜਕਾਂ ਨਹੀਂ ਜਾਮ ਕੀਤੀਆਂ। ਬੋਲੋ ਵੀ ਕਿੰਨੀ ਵਾਰੀ ਦਿੱਲੀ ਦੇ ਵਿੱਚ ਆਏ ਆ, ਕਿੰਨੀਆਂ ਕਿ ਅਸੀਂ ਸੜਕਾਂ ਜਾਮ ਕਰ ਲਈਆਂ, ਆਪਣੇ ਘਰ ਪਰਿਵਾਰ ਛੱਡ ਕੇ ਆਏ ਆ, ਕੰਮ ਛੱਡ ਕੇ ਆਏ ਆ। ਅੱਜ ਵੀ ਇਹ ਬਿੱਲ ਵਾਪਸ ਲੈ ਲੈਣ ਤੇ ਮੈਨੂੰ ਲੱਗਦਾ ਸਾਡੇ ਬੱਚੇ ਚਾਵਾਂ ਦੇ ਨਾਲ ਆਪੋ ਆਪਣੇ ਘਰਾਂ ਦੇ ਵਿੱਚ ਵਾਪਸ ਜਾਣਗੇ। ਭਾਵੇਂ ਕਿ ਸਾਨੂੰ ਇਹ ਅੰਦੋਲਨ ਬੜਾ ਮਹਿੰਗਾ ਪੈ ਗਿਆ, 150 ਤੋਂ ਉੱਤੇ ਅਸੀਂ ਆਪਣੀਆਂ ਸ਼ਹੀਦੀਆਂ ਦੇ ਲਈਆਂ। ਤੇ ਜੇ ਮੈਂ ਨਵਰੀਤ ਸਿੰਘ ਦੀ ਗੱਲ ਕਰਾਂ ਤੇ ਇਸ ਵੇਲੇ ਪ੍ਰਸ਼ਾਸਨ ਦੀ ਗੋਲੀ ਦਾ ਸ਼ਿਕਾਰ ਇੱਕ ਪਹਿਲਾ ਸ਼ਹੀਦ ਹੈ। ਬਾਕੀ ਸਾਰੀਆਂ ਸ਼ਹਾਦਤਾਂ ਸਤਿਕਾਰਯੋਗ ਨੇ, ਕੋਈ ਹਾਰਟ ਅਟੈਕ ਦੇ ਨਾਲ ਖੋ ਗਈ, ਕੋਈ ਹੋਰ ਕਾਰਨ ਬਣ ਗਿਆ, ਪਰ ਜੇ ਸਰਕਾਰੀ ਤਸ਼ੱਦਦ ਦਾ ਪਹਿਲਾ ਸ਼ਹੀਦ ਮੰਨਿਆ ਜਾਵੇ ਤੇ ਉਹ ਭਾਈ ਨਵਰੀਤ ਸਿੰਘ ਹੈ। ਇੰਨਾ ਕੁਝ ਅਸੀਂ ਕਰ ਲਿਆ ਇੱਥੇ। ਦੁਨੀਆ ਦੇ ਵਿੱਚ ਜੇ ਕੋਈ ਕੰਪਨੀ ਕੋਈ ਚੀਜ਼ ਤਿਆਰ ਕਰਦੀ ਹੈ, ਉਹ ਆਪਣੇ ਖਰਚੇ ਆਪ ਤੈਅ ਕਰਦੀ ਹੈ। ਕੀ ਕਹਿੰਦੀ? ਕਹਿੰਦੇ ਤਾਂ ਲੈਬ ਟੈਸਟ ਦਾ ਖਰਚਾ ਇੰਨਾ ਆਇਆ, ਇਹਦੀ ਪ੍ਰੋਡਕਸ਼ਨ ਦਾ ਖਰਚਾ ਇੰਨਾ ਆਇਆ, ਇਹਦੀ ਸਾਰੀ ਪ੍ਰੋਸੈਸਿੰਗ ਦਾ ਖਰਚਾ ਇੰਨਾ ਆਇਆ, ਤੇ ਸਾਰਾ ਖਰਚਾ ਕੱਢ ਕੇ ਪਤਾ ਕੀ ਕਹਿ ਦਿੰਦੇ ਨੇ? ਕਹਿੰਦੇ ਇਹਦਾ ਮੁੱਲ ਅਸੀਂ ਰੱਖਦੇ ਆ। ਦੁਨੀਆ ਦੀ ਕੋਈ ਕੰਪਨੀ ਕੋਈ ਚੀਜ਼ ਤਿਆਰ ਕਰਦੀ ਹੈ, ਉਹਦਾ ਮੁੱਲ ਕੰਪਨੀ ਤੈਅ ਕਰਦੀ ਹੈ, ਫਸਲ ਕਿਸਾਨ ਤੈਅ ਕਰਦਾ ਤੇ ਇਹਦਾ ਰੇਟ ਸਰਕਾਰਾਂ ਤੈਅ ਕਰਦੀਆਂ। ਬੋਲੋ ਸੱਚ ਹੈ ਕਿ ਝੂਠ ਹੈ? ਬਈ ਹਕੀਕਤ ਹੈ ਗੱਲਾਂ।
ਚਿੱਟੇ ਦਿਨ ਵਰਗੀਆਂ ਨੇ ਇਹ ਗੱਲਾਂ। ਮੈਨੂੰ ਕੋਈ ਮਾੜਾ ਕਹਿ ਲਵੇ ਚੰਗਾ ਕਹਿ ਲਵੇ ਕੀ ਫਰਕ ਪੈਂਦਾ ਹੈ, ਪਰ ਚਿੱਟੇ ਦਿਨ ਵਰਗੀਆਂ ਇਹ ਗੱਲਾਂ ਨੇ। ਇਹਨਾਂ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਕਿਸਾਨ ਨੂੰ ਕਰਨਾ ਪੈਂਦਾ ਹੈ। ਉਹ ਭਰਾਵੋ ਇੱਕ ਬੇਨਤੀ ਕਰਾਂ ਮੈਂ, ਹੁਣ ਕੱਲਾ ਆਲੂ ਨਾ ਵੇਚੀ ਜਾਓ। ਬੇਨਤੀ ਮੇਰੀ ਇੰਨੀ ਕੁ ਮੰਨ ਲਿਆ ਜੇ, ਨੌਜਵਾਨ ਸਾਡਾ ਸੁਣਦਾ ਪਿਆ, ਜਿੰਨੀ ਦੇਰ ਤੱਕ ਕੱਲੀ ਫਸਲ ਵੇਚੋਗੇ ਤੁਸੀਂ ਕਰਜ਼ਾਈ ਰਹੋਗੇ ਔਰ ਕਰਜ਼ੇ ਦੇ ਵਿੱਚ ਤੁਹਾਡਾ ਵਾਲ ਗੁੰਦਿਆ ਰਹਿਣਾ। ਜਿੰਨੀ ਦੇਰ ਤੱਕ ਤੁਸੀਂ ਪ੍ਰੋਸੈਸਿੰਗ ਯੂਨਿਟ ਨਹੀਂ ਲਾ ਦਿੰਦੇ ਉਨੀ ਦੇਰ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਤੁਸੀਂ ਕੁਇੰਟਲਾਂ ਦੇ ਹਿਸਾਬ ਦੇ ਨਾਲ ਆਲੂ ਵੇਚਣਾ ਤੇ ਗ੍ਰਾਮਾਂ ਦੇ ਹਿਸਾਬ ਨਾਲ ਚਿਪਸ ਵੇਚਣਾ, ਇਹ ਤੁਹਾਡੇ ਤੇ ਮਨਸਰ ਕਰਦਾ ਵੀ ਹੁਣ ਤੁਸੀਂ ਕਰਨਾ ਕੀ ਹੈ। ਤੁਸੀਂ ਫੇਰ ਇੱਕ ਪਾਸੇ ਕਹਿ ਦਿੰਦੇ ਹੋ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੋ। ਮੈਂ ਵੀ ਕਹਿ ਦਿੰਦਾ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰੀਏ। ਵਿਰੋਧ ਕਿਵੇਂ ਹੋਵੇਗਾ ਬਈ ਬੋਲੋ? ਖਾਦ ਲੈਣੀ ਹੈ ਕਾਰਪੋਰੇਟ ਘਰਾਣਿਆਂ ਦੇ ਅੱਗੇ ਹੱਥ ਡਾ ਦਿੰਦੇ ਆ। ਜੇ ਅਸੀਂ ਉੱਥੋਂ ਪੰਜਾਬ ਤੋਂ ਜਾਂ ਹਰਿਆਣੇ ਤੋਂ ਦਿੱਲੀ ਦੀ ਧਰਤੀ ਤੇ ਆਏ ਆ, ਜਿੰਨੇ ਟਾਇਰ ਦੀ ਕਸਾਈ ਹੋਈ ਏ, ਫਾਇਦਾ ਕਿਹਨੂੰ ਹੋਇਆ? ਕਾਰਪੋਰੇਟ ਘਰਾਣਿਆਂ ਨੂੰ। ਅਰਬਾਂ ਦਾ ਤੇਲ ਮਚਿਆ, ਫਾਇਦਾ ਕਿਹਨੂੰ ਹੋਇਆ? ਕਾਰਪੋਰੇਟ ਘਰਾਣਿਆਂ ਨੂੰ। ਜਿੰਨੀ ਝੰਡੀ ਲੱਗੀ, ਜਿੰਨਾ ਸਟicker ਲੱਗਾ, ਫਾਇਦਾ ਕਿਹਨੂੰ ਹੋਇਆ? ਕਾਰਪੋਰੇਟ ਘਰਾਣਿਆਂ ਨੂੰ। ਜਿੰਨਾ ਪਾਣੀ ਯੂਜ਼ ਹੋ ਰਿਹਾ ਇੱਥੇ ਬੋਤਲ ਵਾਲਾ, ਫਾਇਦਾ ਕਿਹਨੂੰ ਹੋ ਰਿਹਾ? ਕਾਰਪੋਰੇਟ ਘਰਾਣਿਆਂ ਨੂੰ। ਤੇ ਕਾਰਪੋਰੇਟ ਘਰਾਣਿਆਂ ਦਾ ਫਾਇਦਾ ਬੰਦ ਕਿਵੇਂ ਕਰਨਾ ਹੈ? ਇੱਕ ਬੇਨਤੀ ਸੁਣ ਲਓ, ਚੰਗੀ ਲੱਗੇ ਰੱਖ ਲਿਆ ਜੇ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦਿਆਂਗੇ। ਕਾਰਪੋਰੇਟ ਘਰਾਣਿਆਂ ਦਾ ਵਿਰੋਧ ਪਤਾ ਕਿਵੇਂ ਹੋਣਾ ਹੈ? ਜਦੋਂ ਤੁਸੀਂ ਆਪਣੀ ਆਰਗੈਨਿਕ ਖੇਤੀ ਵਾਲੇ ਪਾਸੇ ਆ ਗਏ, ਜਦੋਂ ਤੁਸੀਂ ਉੱਤਮ ਖੇਤੀ ਵਾਲੇ ਪਾਸੇ ਆ ਗਏ, ਉਹ ਪੁੱਛੋਗੇ ਵੀ ਕਿਵੇਂ? ਤੁਸੀਂ ਆਪਣੇ ਘਰਾਂ ਦੇ ਵਿੱਚ ਤੁਹਾਡੇ ਕੋਲ ਰੇਹ ਹੈ, ਡੰਗਰਾਂ ਦਾ ਗੋਹਾ, ਮੁਰਗੀਆਂ ਦੀਆਂ ਬਿੱਠਾਂ, ਬੱਕਰੀਆਂ ਦੀਆਂ ਮਿੰਗਣਾ, ਇਹ ਰੇਹ ਜਿਹੜੀ ਹੈ ਆਪਣੇ ਖੇਤਾਂ ਦੇ ਵਿੱਚ ਪਾਉਣੀ ਸ਼ੁਰੂ ਕਰ ਦਿਓ। ਸਾਨੂੰ ਨਹੀਂ ਚਾਹੀਦੀ ਤੁਹਾਡੀ ਯੂਰੀਆ। ਕਾਰਪੋਰੇਟ ਘਰਾਣਿਆਂ ਦਾ ਸਿੱਧਾ ਵਿਰੋਧ ਹੋ ਗਿਆ। ਇਹ ਇੰਜ ਕਰਨੇ ਪੈਣੇ ਜੇ। ਗੱਲਾਂ ਦੇ ਨਾਲ ਨਾਰੇ ਜਿੰਨੇ ਮਰਜ਼ੀ ਮਾਰ ਲਓ। ਮੈਂ ਵੀ ਤੁਹਾਨੂੰ 4 ਨਾਰੇ ਮਾਰ ਕੇ ਜਜ਼ਬਾਤੀ ਕਰਕੇ ਜਾ ਸਕਦਾ ਵਾਂ, ਪਰ ਮੈਂ ਜਜ਼ਬਾਤੀ ਕਰਨ ਨਹੀਂ ਆਇਆ। ਮੈਂ ਇਸ ਪਵਿੱਤਰ ਸਟੇਜ ਤੋਂ ਕੁਝ ਡਿਲੀਵਰ ਕਰਨ ਦੇ ਲਈ ਆਇਆ। ਮੈਂ ਗੱਲਾਂ ਦੇ ਉੱਪਰ ਗੌਰ ਕਰਿਆ ਜੀ। ਉੱਤਮ ਖੇਤੀ ਵਾਲੇ ਪਾਸੇ ਆ ਜਾਓ, ਕਹੋ ਸਾਨੂੰ ਨਹੀਂ ਤੁਹਾਡੀਆਂ ਖਾਦਾਂ ਚਾਹੀਦੀਆਂ। ਬੜਾ ਜ਼ਮੀਨ ਦੇ ਵਿੱਚ ਜ਼ਹਿਰ ਪਾ ਲਿਆ ਔਰ ਅਸੀਂ ਹੁਣ ਕਣਕ ਝੋਨਾ ਨਹੀਂ ਲਾਉਣਾ। ਅਸੀਂ ਬੀਜਾਂਗੇ ਆਪਣੀਆਂ ਪੁਰਾਣੀਆਂ ਮੂਲ ਅਨਾਜ। ਅਸੀਂ ਬੀਜਾਂਗੇ ਕੋਦਰਾ, ਅਸੀਂ ਬੀਜਾਂਗੇ ਕੰਗਣੀ, ਅਸੀਂ ਬੀਜਾਂਗੇ ਸਵਾਂਕ, ਅਸੀਂ ਬੀਜਾਂਗੇ ਹਰੀ ਕੰਗਣੀ, ਅਸੀਂ ਬੀਜਾਂਗੇ ਕੁਟਕੀ, ਅਸੀਂ ਬੀਜਾਂਗੇ ਮੱਟਲ। ਅਸੀਂ ਆ ਚੀਜ਼ਾਂ ਬੀਜਾਂਗੇ, ਨਾਲੇ ਸਾਡਾ ਧਰਤੀ ਦਾ ਪਾਣੀ ਬਚੇਗਾ, ਨਾਲੇ ਸਾਡੀਆਂ ਸਿਹਤਾਂ ਬਚਣਗੀਆਂ, ਨਾਲੇ ਬਿਮਾਰੀਆਂ ਤੋਂ ਬਚਾਂਗੇ ਤੇ ਨਾਲੇ ਦੁਨੀਆ ਨੂੰ ਦੱਸਾਂਗੇ ਇਸ ਅਨਾਜ ਦੇ ਫਾਇਦੇ ਕੀ ਨੇ। ਅਸੀਂ ਆਪਣਾ ਕੰਜ਼ਿਊਮਰ ਤਿਆਰ ਕਰਾਂਗੇ, ਕਿਸਾਨਾਂ ਨੂੰ ਕਵਾਂਗੇ ਪ੍ਰੋਡਕਸ਼ਨ ਕੱਢੋ, ਉਧਰੋਂ ਆਪਣੇ ਪ੍ਰੋਸੈਸਿੰਗ ਯੂਨਿਟ ਲਾਵਾਂਗੇ। ਸਾਨੂੰ ਸਰਕਾਰਾਂ ਦੀ ਨਾ FCI ਦੀ ਚਿੰਤਾ, ਨਾ ਸਾਨੂੰ ਕਿਸੇ ਚੀਜ਼ ਦੀ ਚਿੰਤਾ। ਸਾਡੇ ਸਾਰੇ ਮਸਲੇ ਹੱਲ ਹੁੰਦੇ ਨੇ ਜੇ ਦਿਮਾਗ ਦੇ ਨਾਲ ਅੱਗੇ ਹੋ ਕੇ ਚੱਲਾਂਗੇ। ਤੇ ਬੇਨਤੀ ਹੈ ਮੇਰੀ, ਦੇਖੋ ਤੁਹਾਨੂੰ ਕੰਜ਼ਿਊਮਰ ਤਿਆਰ ਕਰਨਾ ਪੈਣਾ, ਖਪਤਕਾਰ ਜਿਹਨੇ ਖਪਤ ਕਰਨੀ ਹੈ, ਤੇ ਪ੍ਰੋਡਕਸ਼ਨ ਤੁਹਾਨੂੰ ਕੱਢਣੀ ਪੈਣੀ ਹੈ। ਉਹ ਤੁਸੀਂ ਕੱਢੋਗੇ, ਜ਼ਮੀਨਾਂ ਤੁਹਾਡੀਆਂ ਆਪਣੀਆਂ। ਤੇ ਫਿਰ ਜੇ NRI ਭਰਾ ਮੈਨੂੰ ਇੱਕ ਗੱਲ ਦੱਸੋ, ਜੇ NRI ਭਰਾ ਤੁਹਾਡਾ ਇਹ ਸਹਿਯੋਗ ਕਰ ਸਕਦੇ ਨੇ ਵੀ ਤੁਹਾਨੂੰ ਟਰੈਕਟਰਾਂ ਦੇ ਤੇਲ ਵਾਸਤੇ ਖਰਚਾ ਭੇਜ ਸਕਦੇ ਨੇ, ਜਿਹਨੂੰ ਆਪਾਂ ਦਸਵੰਧ ਕਹਿੰਦੇ ਆ, ਸਰਕਾਰਾਂ ਫੰਡਿੰਗ ਕਹਿੰਦੀਆਂ ਨੇ, ਹਨਾ? ਕੀ ਕਹਿੰਦੀਆਂ ਨੇ? ਫੰਡਿੰਗ ਹੋ ਰਹੀ ਹੈ। ਅਸੀਂ ਦਸਵੰਧ ਕਹਿੰਦੇ ਆ, ਸਹਿਯੋਗ ਕਹਿੰਦੇ ਆ। ਜੇ ਮੰਨ ਲਓ ਮੇਰਾ ਭਰਾ ਬਾਹਰ ਹੈ ਤੇ ਮੇਰੇ ਭਰਾ ਨੇ ਮੈਨੂੰ ਰੁਪਈਆ 10,000 ਮੰਨ ਲਓ ਭੇਜਤਾ, ਵੀ ਭਰਾਵਾ ਤੂੰ ਮੋਰਚੇ ਦੇ ਵਿੱਚ ਜਾ, ਤੇਲ ਦੇ ਖਰਚੇ ਤੋਂ ਡਰੀ, ਮੰਨ ਲਓ, ਤੇ ਮੇਰੇ ਭਰਾ ਨੇ ਮੇਰਾ ਸਹਿਯੋਗ ਕੀਤਾ। ਸਰਕਾਰਾਂ ਦੀ ਨਜ਼ਰ 'ਚ ਕੀ ਆ ਗਿਆ? ਫੰਡਿੰਗ। ਤੇ ਅਸੀਂ ਦੋਵੇਂ ਕੀ ਹੋ ਗਏ? ਅੰਦੋਲਨਕਾਰੀ ਤੋਂ ਅੱਤਵਾਦੀ। ਵਾਹ ਤੁਹਾਡੇ, ਸਾਡੇ ਤੇ ਜਿੰਨੇ ਮਰਜ਼ੀ ਲਾ ਲਓ, ਦੁਨੀਆ ਨੂੰ ਪਤਾ ਅਸੀਂ ਕੀ ਹਾਂ। ਤੁਹਾਡੇ ਖੁਲਾਸੇ ਹੋ ਗਏ, ਤਾਂ ਹੀ ਤਾਂ ਤੁਹਾਨੂੰ ਸੋਸ਼ਲ ਮੀਡੀਆ ਬੰਦ ਕਰਨਾ ਪੈ ਰਿਹਾ ਹੈ, ਕਿਉਂਕਿ ਤੁਹਾਡੀਆਂ ਕਰਤੂਤਾਂ ਨੰਗੀਆਂ ਹੁੰਦੀਆਂ ਸੀ। ਤਾਂ ਹੀ ਤਾਂ ਤੁਹਾਨੂੰ ਨੈੱਟ ਬੰਦ ਕਰਨਾ ਪੈ ਰਿਹਾ ਹੈ, ਕਿਉਂਕਿ ਸਰਕਾਰਾਂ ਨੰਗੀਆਂ ਹੋ ਰਹੀਆਂ ਸੀ। ਪਰ ਇੱਕ ਮੈਂ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਮੈਂ, ਜੇ NRI ਭਰਾ ਤੁਹਾਡਾ ਸਹਿਯੋਗ ਕਰ ਸਕਦੇ ਨੇ, ਜਦੋਂ ਵਧੀਆ ਕੁਆਲਿਟੀ ਦੇ ਮਸਾਲੇ ਤਿਆਰ ਕਰਕੇ ਪ੍ਰਦੇਸ਼ਾਂ ਦੇ ਵਿੱਚ ਭੇਜੋਗੇ, ਤੇ ਚੇਤੇ ਰੱਖਿਆ ਜੇ ਉਹ ਅੱਗੇ ਕਿਉਂ ਨਹੀਂ ਤੁਹਾਡੇ ਮਸਾਲਿਆਂ ਨੂੰ ਦੁਨੀਆ ਤੱਕ ਲੈ ਕੇ ਜਾਣਗੇ। ਅਸੀਂ ਇਹ ਕੰਮ ਕਿਉਂ ਨਹੀਂ ਕਰ ਸਕਦੇ? ਅਸੀਂ ਕੀ ਹੁਣ ਸਾਰੀ ਜ਼ਿੰਦਗੀ ਮੰਡੀ ਦੇ ਵਿੱਚ ਹੀ ਟਰਾਲੀ ਤਾਰਨੀ ਹੈ? ਅਸੀਂ ਆਪਣੇ ਲਘੂ ਉਦਯੋਗ ਕਿਉਂ ਨਹੀਂ ਨਿਯਤ ਕਰਦੇ ਪਏ? ਕਿੰਨੀ ਕੁ ਦੇਰ ਤੱਕ ਇੱਥੇ ਧਰਨੇ ਲਾਵਾਂਗੇ? ਕਿੰਨੀ ਕੁ ਦੇਰ ਤੱਕ ਸਰਕਾਰਾਂ ਦੇ ਬੂਹਿਆਂ ਦੇ ਉੱਪਰ ਜਾਵਾਂਗੇ? ਸਾਨੂੰ ਉੱਤਮ ਖੇਤੀ ਵਾਲੇ ਪਾਸੇ ਆਉਣਾ ਪੈਣਾ ਹੈ। ਸਭ ਤੋਂ ਪਹਿਲਾ ਵਿਰੋਧ ਅਸੀਂ ਆਪਣੇ ਘਰਾਂ ਦਾ। ਬੇਨਤੀ ਜੇ ਮੇਰੀ ਸੁਣ ਲਓ, ਹੁਣ ਇੱਕ ਗਰੀਬ ਬੰਦਾ ਮੁਰਗੀ ਦੇ ਆਂਡੇ ਵੀ ਵੇਚੂ ਤੇ ਮੁਰਗੀ ਦੀਆਂ ਬਿੱਠਾਂ ਵੀ ਵੇਚੂ, ਮੈਨੂੰ ਦੱਸੋ ਉਹਨੂੰ ਫਾਇਦਾ ਹੋਊ ਕਿ ਨਾ ਹੋਊ? ਹੋਊ? ਬੋਲੋ ਬਈ, ਹੋਊ? ਤੇ ਜਦੋਂ ਆਪਣੇ ਖੇਤਾਂ ਦੇ ਵਿੱਚ ਮੈਂ ਇਹ ਵਾਲੀ ਰੇਹ, ਮੁਰਗੀਆਂ ਦੀ ਰੇਹ, ਬੱਕਰੀਆਂ ਦੀ ਰੇਹ, ਮੱਝਾਂ ਦੀ, ਗਾਵਾਂ ਦੀ ਰੇਹ ਪਾਵਾਂਗਾ, ਤੇ ਮੇਰੀ ਆਪਣੀ ਫਸਲ ਵੀ ਵਧੀਆ ਤਿਆਰ ਹੋਵੇਗੀ। ਬੋਲੋ ਫਾਇਦਾ ਕਿਹਦਾ ਹੋ ਗਿਆ? ਦੋਵਾਂ ਦਾ ਹੋ ਗਿਆ। ਸਾਡਾ ਗੋਹਾ ਵੀ ਵਿਕੂ।
ਜੇ ਸਵਾਮੀ ਰਾਮਦੇਵ ਮੂਤ ਵੇਚ ਸਕਦਾ ਹੈ, ਅਸੀਂ ਆਪਣਾ ਗੋਹਾ ਨਹੀਂ ਯਾਰ ਵੇਚ ਸਕਦੇ। ਖੇਤਾਂ ਦੇ ਵਿੱਚ ਇੱਕ ਟਰਾਲੀ ਨਹੀਂ ਵੇਚੀ ਜਾਂਦੀ ਸਾਤੋਂ। ਤੁਹਾਨੂੰ ਆਪਣੀ ਟੈਕਨੀਕ ਦੇ ਵਿੱਚ ਫਰਕ ਪਾਉਣਾ ਪੈਣਾ, ਨਹੀਂ ਤੇ ਸਰਕਾਰਾਂ ਇੰਝ ਹੀ ਮਾਰਦੀਆਂ ਰਹਿਣਗੀਆਂ। ਕਿ ਛੋਟੀ ਜਿਹੀ ਉਦਾਹਰਨ ਦੇ ਕੇ ਸਮਾਪਤੀ ਲੱਗਾ ਮੈਂ ਕਰਨ। ਤੁਸੀਂ ਸੱਪ ਤੇ ਨਿਓਲੇ ਦੀ ਲੜਾਈ ਵੇਖੀ ਹੈ? ਸੱਪ ਤੇ ਉਹ ਬੋਲ ਪੋ, ਹਾਂ ਇੰਝ ਕਰਕੇ ਵੇਖੀ ਹੈ ਨਾ? ਹਾਂ, ਸੱਪ ਤੇ ਨਿਓਲੇ ਦੀ ਲੜਾਈ ਦੇ ਵਿੱਚ ਕੀ ਹੁੰਦਾ ਹੈ? ਨਿਓਲਾ ਜਿਹੜਾ ਹੈ ਨਾ, ਉਹ ਸੱਪ ਨੂੰ ਥਕਾ ਦਿੰਦਾ ਹੈ। ਜਦੋਂ ਨੇੜੇ ਜਾਂਦਾ ਹੈ, ਸੱਪ ਫੇਰ ਫਣਕਾਰਾਂ ਮਾਰਦਾ ਹੈ, ਉਹ ਫੇਰ ਪਾਸੇ ਹੋ ਜਾਂਦਾ ਹੈ, ਉਹ ਫੇਰ ਨੇੜੇ ਜਾਂਦਾ, ਸੱਪ ਫੇਰ ਮਾਰਦਾ ਹੈ। ਆਖਰਕਾਰ ਸੱਪ ਥੱਕ ਜਾਂਦਾ ਹੈ, ਨਿਓਲਾ ਉਹਦੀ ਸਿਰੀ ਫੜ ਲੈਂਦਾ ਹੈ। ਸਿੱਧੇ ਸ਼ਬਦਾਂ ਦੇ ਵਿੱਚ ਕਹਾਂ, ਜੇ ਸੱਪ ਨੇ ਆਪਣੀ ਸਟ੍ਰੈਟਜੀ ਨਾ ਬਦਲੀ ਨਾ ਤੇ ਨਿਓਲੇ ਧੌਣਾ ਫੜਦੇ ਰਹਿਣਗੇ। ਬਸ ਤੁਹਾਨੂੰ ਵੀ ਬੇਨਤੀ ਕਰਦੇ ਹਾਂ, ਜੇ ਤੁਸੀਂ ਵੀ ਸਮਾਂ ਪਾ ਕੇ ਆਪਣੀ ਸਟ੍ਰੈਟਜੀ ਨਾ ਬਦਲੀ, ਇਹ ਸਰਕਾਰਾਂ ਤੁਹਾਡੇ ਗੇੜੇ ਲਵਾਉਂਦੀਆਂ ਰਹਿਣਗੀਆਂ। ਹੁਣ ਡਿਪੈਂਡ ਤੁਹਾਡੇ ਤੇ ਕਰਦਾ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਇਹ ਬੇਨਤੀ ਹੈ ਮੇਰੀ। ਮੈਂ ਤੇ ਚਿੱਟੇ ਸ਼ਬਦਾਂ ਦੀਆਂ ਗੱਲਾਂ ਕੀਤੀਆਂ ਨੇ, ਵਲ ਪਾ ਕੇ ਗੱਲਾਂ ਕਰਨੀਆਂ ਨਹੀਂ ਆਉਂਦੀਆਂ, ਇੱਧਰ ਉੱਧਰ ਘਮਾਉਣਾ ਨਹੀਂ ਆਉਂਦਾ, ਕਿਉਂਕਿ ਇਹ ਸਟੇਜ ਬੜੀ ਪਵਿੱਤਰ ਹੈ। ਇਹ ਤੇ ਕਿਸਾਨ ਭਰਾ ਜੁੜੇ ਨੇ, ਕਿਰਤੀ ਜੁੜੇ ਨੇ, ਕਾਮੇ ਜੁੜੇ ਨੇ, ਬੇਜ਼ਮੀਨੇ ਜੁੜੇ ਨੇ, ਜ਼ਮੀਨਾਂ ਵਾਲੇ ਜੁੜੇ ਨੇ, ਮਜ਼ਦੂਰ ਜੁੜੇ ਨੇ, ਲਹੂ ਪਾਣੀ ਇੱਕ ਕਰਨ ਵਾਲੇ ਜੁੜੇ ਨੇ। ਬੜੇ ਪਿਆਰੇ ਵੀਰ ਨੇ ਜਿਹੜੇ ਸਟੇਜਾਂ ਸਾਂਭਦੇ ਪਏ ਨੇ, ਬੜੇ ਪਿਆਰੇ ਇਨਸਾਨ ਨੇ ਜਿਨ੍ਹਾਂ ਨੇ ਇਹ ਮੰਚ ਦਿੱਤਾ ਆਪਣੀ ਗੱਲ ਰੱਖਣ ਦਾ। ਔਰ 2 ਮਹੀਨੇ ਹੋ ਗਏ ਨੇ ਕਿਸਾਨੀ ਮੋਰਚੇ ਨੂੰ ਚੱਲਦਿਆਂ। ਅੱਜ ਪਹਿਲੀ ਵਾਰੀ ਕਿਸਾਨੀ ਸਟੇਜ ਤੋਂ ਮੈਂ ਬੋਲਣ ਲੱਗਾ ਵਾਂ, ਪਹਿਲੀ ਵਾਰੀ ਨਹੀਂ ਮੈਂ ਬੋਲਿਆ ਕਿਤੇ। ਬੜਾ ਕੁਝ ਆਪਣੇ ਅੰਦਰ ਰੱਖ ਕੇ ਬੈਠਾ ਮੈਂ, ਭਰਿਆ ਪਿਆ ਸਾਂ। ਪਰ ਕਿਸਾਨ ਭਰਾਵੋ, ਬੇਨਤੀ ਹੈ ਮੇਰੀ, ਸਟ੍ਰੈਟਜੀ ਸਮਾਂ ਪਾ ਕੇ ਸਾਨੂੰ ਚੇਂਜ ਕਰਨੀ ਪੈਣੀ ਹੈ। ਬਾਬੇ ਦੇ ਸਿਧਾਂਤ ਤੇ ਤੁਰਨਾ ਪੈਣਾ ਹੈ। ਹਲ ਵਾਹੁਣਾ, ਖੇਤੀ ਕਰਨੀ ਹੈ, ਪਰ ਇੱਕ ਚੀਜ਼ ਮਨ ਦੇ ਵਿੱਚ ਰੱਖ ਕੇ ਕਰਨੀ ਹੈ ਵੀ ਖੁਦ ਮੁਖਤਿਆਰੀ ਦੀ ਗੱਲ ਮੈਂ ਕਰਾਂਗਾ। ਸਰਕਾਰਾਂ ਨਹੀਂ ਦੱਸਣਗੀਆਂ ਵੀ ਕਦੋਂ ਖੇਤਾਂ ਵਿੱਚ ਕੀ ਪਾਉਣਾ, ਇਹ ਮੈਂ ਖੁਦ ਡਿਸਾਈਡ ਕਰਾਂਗਾ। ਇਹ ਜ਼ਮੀਨ ਮੇਰੀ ਆਪਣੀ ਹੈ, ਇਹ ਮੈਂ ਡਿਸਾਈਡ ਕਰਾਂਗਾ ਵੀ ਕਦੋਂ ਕੀ ਬੀਜਣਾ ਹੈ ਤੇ ਕਦੋਂ ਕੀ ਵੱਢਣਾ ਹੈ। ਜੇ ਬਾਪੂ ਗੁਰਬਾਣੀ ਦੇ ਵਿੱਚ ਕਹਿੰਦੇ ਨੇ, ਜੈਸੇ ਕਿਰਸਾਨ ਬੋਵੈ ਕਿਰਸਾਨੀ, ਭਾਵੇਂ ਗੱਲ ਮੌਤ ਦੀ ਹੈ ਪਰ ਕਿਰਸਾਨ ਦਾ ਨਾਮ ਆ ਰਿਹਾ, ਕਾਚੀ ਪਾਕੀ ਬਾੜ ਪਰਾਣੀ। ਕਹਿੰਦੇ ਜੇ ਮਾਲਕ ਹੈ ਤਾਂ ਉਹਦੀ ਮਰਜ਼ੀ ਕੱਚੀ ਵੱਡੇ ਪੱਕੀ ਵੱਡੇ। ਤੇ ਜੇ ਗੁਰਬਾਣੀ ਕਹਿੰਦੀ ਵੀ ਕਿਸਾਨ ਮਾਲਕ ਹੈ, ਕੱਚੀ ਪੱਕੀ ਜਦੋਂ ਮਰਜ਼ੀ ਵੱਡੇ, ਤੇ ਤੁਹਾਡੇ ਤੇ ਜਿਹੋ ਜਿਹੇ ਕਾਨੂੰਨ ਥੋਪੇ ਜਾ ਰਹੇ ਨੇ, ਤੁਸੀਂ ਤੇ ਜ਼ਮੀਨ ਮੈਂ ਕਹਿੰਦਾ ਵੱਢਣ ਦੀ ਗੱਲ ਕਰਦੇ ਹੋ, ਤੁਸੀਂ ਝਾਕ ਨਹੀਂ ਸਕਦੇ ਜ਼ਮੀਨਾਂ ਵਾਲੇ ਪਾਸੇ। ਤੇ ਫਿਰ ਅੱਜ ਤੁਸੀਂ ਵਿਰੋਧ ਕਰਨ ਦੇ ਲਈ ਆਏ ਹੋ ਇਹਨਾਂ ਕਾਲੇ ਕਾਨੂੰਨਾਂ ਦਾ। ਲੋਕਤੰਤਰਕ ਤਰੀਕੇ ਦੇ ਨਾਲ ਪੀਸਫੁਲੀ ਪ੍ਰੋਟੈਸਟ ਤੁਸੀਂ ਕੀਤਾ ਹੈ, ਇੱਥੇ ਤੁਹਾਡਾ ਸਭਨਾਂ ਦਾ ਧੰਨਵਾਦ ਕਰਦਾ ਮੈਂ। ਤੁਸੀਂ ਆਪਣੀ ਆਵਾਜ਼ ਵਰਲਡ ਦੇ ਵਿੱਚ ਦੇਣ ਦੇ ਵਿੱਚ ਕਾਮਯਾਬ ਹੋ ਗਏ ਹੋ। 84 ਤੋਂ ਬਾਅਦ ਫਸਟ ਟਾਈਮ ਐਡਾ ਵੱਡਾ ਪ੍ਰੋਟੈਸਟ ਪੂਰੇ ਵਰਲਡ ਦੇ ਵਿੱਚ ਹੋਇਆ। ਤੇ ਮੈਨੂੰ ਲੱਗਦਾ ਮੋਦੀ ਬੜਾ ਸ਼ਰਮਸਾਰ ਹੋਵੇਗਾ। ਹੁਣ ਤੁਸੀਂ ਪੁੱਛੋਗੇ ਵੀ ਕਿਵੇਂ, ਕਿਉਂਕਿ ਸਭ ਤੋਂ ਵੱਧ ਵਿਦੇਸ਼ ਦੇ ਗੇੜੇ ਇਹਨੇ ਲਾਏ ਹੈ, ਹਨਾ? ਸਭ ਤੋਂ ਵੱਧ ਗੇੜੇ ਇਹਨੇ ਲਾਏ ਹੈ। ਹੁਣ ਜਦੋਂ ਜਾਊਗਾ ਹਰ ਦੇਸ਼ ਦੀ ਅੰਬੈਸੀ ਦੇ ਬਾਹਰ, ਉੱਥੋਂ ਦੇ ਲੋਕਾਂ ਨੇ ਪ੍ਰੋਟੈਸਟ ਕੀਤਾ ਹੈ ਇਹਨਾਂ ਦੇ ਵਿਰੋਧ ਦੇ ਵਿੱਚ, ਤੇ ਮੈਨੂੰ ਲੱਗਦਾ ਸ਼ਰਮਸਾਰ ਹੋਣਾ ਪੈਣਾ। ਸਮਾਂ ਰਹਿੰਦੇ ਸਰਕਾਰਾਂ ਫੈਸਲਾ ਲੈ ਲੈਣ, ਇਹ ਲੋਕ ਨੱਚਦੇ ਹੋਏ ਆਪਣੇ ਘਰਾਂ ਨੂੰ ਜਾਣਗੇ। ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ, ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡਾ। ਤੁਸੀਂ ਲੰਮਾ ਸਮਾਂ ਸੁਣਿਆ। ਧੰਨਵਾਦੀ ਹਾਂ ਇਹਨਾਂ ਸਾਰੇ ਸੋਹਣੇ ਸੋਹਣੇ ਵੀਰਾਂ ਦਾ ਜਿਨ੍ਹਾਂ ਨੇ ਸਟੇਜ ਨੂੰ ਮੁਕੰਮਲ ਇੱਕ ਮਰਿਆਦਾ ਦੇ ਵਿੱਚ ਬੰਨ੍ਹ ਕੇ ਰੱਖਿਆ ਹੋਇਆ। ਧੰਨਵਾਦੀ ਹਾਂ ਸਟੇਜ ਤੇ ਬੈਠੀਆਂ ਹੋਈਆਂ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ। ਮੈਂ ਜਦੋਂ ਕਿਸੇ ਨੂੰ ਮਹਾਂਪੁਰਸ਼ ਕਹਿਣਾ ਮੈਂ ਕਹਿੰਦਾ ਪੁਰਸ਼ ਤੇ ਸਾਰੇ ਨੇ, ਜਦੋਂ ਕੋਈ ਮਹਾਨ ਕੰਮ ਕਰਦਾ ਤੇ ਉਹ ਮਹਾਂਪੁਰਸ਼ ਹੁੰਦਾ ਹੈ ਨਾ। ਉਹ ਤੁਹਾਡੇ ਵਿੱਚ ਵੀ ਬੜੀਆਂ ਰੂਹਾਂ ਹੋ ਸਕਦੀਆਂ ਨੇ। ਸਭਨਾਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਦੀ ਸਾਂਝ ਕਰਦਾ। ਗੱਜ ਵੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।